ਸ਼ਲੋਕ ਮਹਿਲਾ ਪਹਿਲਾ। ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ। ਬੇਦੀਨਾ ਕੀ ਦੋਸਤੀ ਬੇਦੀਨਾ ਕੀ ਖਾਨ। ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ। ਗਦਹੋਂ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ। ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਨ। ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਨ। ਮਹੱਲਾ ਪਹਿਲਾ। ਬਾਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ। ਇਕ ਦਾਤੇ ਇਕ ਮੰਗਤੇ ਨਾਮ ਤੇਰਾ ਪਰਵਾਨ। ਨਾਨਕ ਜਿਨੀ ਸੁਣ ਕੇ ਮੰਨਿਆ ਹਉ ਤਿਨਾ ਬਿਟਹੁ ਕੁਰਬਾਨ। ਪੌੜੀ। ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ। ਹਉ ਮੈਂ ਝਗੜਾ ਪਾਇਵਾਨੋ ਝਗੜੈ ਝਗ ਮੁਆ। ਗੁਰਮੁਖ ਝਗੜ ਚੁਕਾਇਆਨੋ ਇਕੋ ਰਬ ਰਹਿਆ। ਸਭ ਆਤਮ ਰਾਮ ਪਛਾਣਿਆ ਪਉਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਮਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ। ਜਬਰ ਛਤਰ ਤਖਤ ਦਾ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਾਲਕ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਬੜੇ ਹੀ ਭੰਡਭਾਗੇ ਹੋ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਸੁਣਨ ਦੇ ਲਈ ਪਹੁੰਚ ਰਹੇ ਹੋ। ਆਓ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਗੁਰਫਤਿਹ ਦੀ ਹਾਜ਼ਰੀ ਲਵਾ ਕੇ ਬਾਣੀ ਦੀ ਵਿਚਾਰ ਆਰੰਭ ਕਰੀਏ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਪਾਵਨ ਬਾਣੀ ਰਚਿਤ ਬਾਣੀ ਸੂਹੀ ਰਾਗ ਦੀ ਵਾਰ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਦੇ ਵਿੱਚ ਭਿੱਜ ਕੇ ਸਾਡੇ ਜੀਵਨ ਦੇ ਜਿਹੜੇ ਨੈਗੇਟਿਵ ਕਹਿ ਲੋ ਜਾਂ ਗਲਤ ਬੁਰੇ ਖਿਆਲ ਨੇ, ਉਹਨਾਂ ਖਿਆਲਾਂ ਦੇ ਅਨੁਸਾਰ ਗੱਲ ਕਹੀ ਆ। ਪਾਤਸ਼ਾਹ ਨੇ ਪਿਆਰ ਵੀ ਬਖਸ਼ਿਆ ਤੇ ਥੱਪੜ ਵੀ ਮਾਰਿਆ। ਤੇ ਆਪ ਜੀ ਨੂੰ ਪਤਾ ਹੈ ਵੀ ਜਿੰਨਾ ਟਾਈਮ ਮਨੁੱਖ ਆਪਣੀ ਜ਼ਿੰਦਗੀ 'ਚ ਥੱਪੜ ਨਹੀਂ ਖਾਂਦਾ ਤੇ ਉਹਨਾਂ ਟਾਈਮ ਉਹ ਥਾਪੜੇ ਤੱਕ ਪਹੁੰਚ ਨਹੀਂ ਸਕਦਾ। ਥਾਪੜੇ ਤੱਕ ਪਹੁੰਚਣਾ ਤੇ ਥੱਪੜ ਜ਼ਰੂਰੀ ਆ। ਥੱਪੜ ਤਦ ਵੱਜਦਾ ਜਦੋਂ ਸਾਡੀਆਂ ਗਲਤੀਆਂ ਹੁੰਦੀਆਂ ਨੇ। ਥੱਪੜ ਤਦ ਵੱਜਦਾ ਜਦੋਂ ਅਸੀਂ ਆਪਣੇ ਟੀਚਰ ਦੀ ਗੱਲ ਅਣਸੁਣੀ ਕਰ ਦਿੰਦੇ ਹਾਂ। ਥੱਪੜ ਤਦ ਵੱਜਦਾ ਜਦੋਂ ਅਸੀਂ
ਆਪਣੇ ਜੀਵਨ ਦੇ ਵਿੱਚ ਸਤ ਸੰਗੀਆਂ ਨੂੰ ਮਿਲਣ ਦੀ ਥਾਂ ਤੇ ਕੁਸੰਗੀਆਂ ਨਾਲ ਮਿਲਾਪ ਕਰਦੇ ਹਾਂ। ਥੱਪੜ ਤਦ ਵੱਜਦਾ ਜਦੋਂ ਅਸੀਂ ਉਰਕਟ ਕੁਰਕਟ ਦੇ ਧਾਰਨੀ ਹੋ ਜਾਂਦੇ ਹਾਂ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਬੜੇ ਪਿਆਰ ਦੇ ਵਿੱਚ ਭਿੱਜ ਕੇ ਸਾਡੇ ਗਲਤ ਸੁਭਾਅ ਦਾ ਇੱਕ ਨਕਸ਼ਾ ਬਣਾਇਆ ਗਾ। ਤਸਵੀਰ ਕਹਿ ਲੋ, ਫੋਟੋ ਕਹਿ ਲੋ, ਸਾਡੇ ਸਨਮੁਖ ਪੇਸ਼ ਕੀਤੀ ਹੈ। ਉਹ ਕਿਹੜੀ ਆ? ਸ਼ਲੋਕ ਮਹੱਲਾ ਪਹਿਲਾ। ਲਫ਼ਜ਼ ਵਰਤੇ ਨੇ ਬੜੇ ਤਿੱਖੇ, ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ। ਹੁਣ ਗੁਰਦੇਵ ਪਾਤਸ਼ਾਹ ਨੇ ਲਫ਼ਜ਼ ਨੇ ਜਿਹੜੇ ਉਹ ਬੜੇ ਸਖਤ ਤਿੱਖੇ ਕਹਿ ਲੋ ਵਰਤੇ ਨੇ, ਸਾਨੂੰ ਸਮਝਾਉਣ ਦੇ ਲਈ, ਬੇਇੱਜ਼ਤ ਕਰਨ ਦੇ ਲਈ ਨਹੀਂ, ਸਾਨੂੰ ਸਮਝਾਉਣ ਦੇ ਲਈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕੀ ਕਰਦੇ ਨੇ? ਸਭ ਤੋਂ ਪਹਿਲਾਂ ਚੋਰ। ਕੁਦਰਤੀ ਸੁਭਾਅ ਵੀ ਮਨੁੱਖ ਜਿਹੜਾ ਵੀ ਚੋਰੀਆਂ ਦਾ ਧਾਰਨੀ ਹੋ ਜਾਵੇ, ਉਹ ਕਦੇ ਵੀ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ ਹੈ। ਜੇ ਤਾਂ ਮਾਲਕ ਦੀ ਨਜ਼ਰ ਥੱਲੇ ਆ ਜਾਵੇ ਨਾ, ਗੁਰੂ ਦੀ ਨਿਗਾਹ 'ਚ ਆ ਜਾਵੇ, ਤਾਂ ਛੱਡ ਜਾਂਦਾ। 100 ਦੇ ਵਿੱਚੋਂ 2 4 5 ਕਹਿ ਲੋ ਕੇਸ ਹੋ ਸਕਦੇ ਆ ਜਿਹੜੇ ਛੱਡ ਜਾਣ। ਜਿਵੇਂ ਭੂਮੀਆਂ ਚੋਰ ਗੁਰੂ ਨਾਨਕ ਸਾਹਿਬ ਮਿਲਦੇ ਆ ਨਾ, ਤੇ ਕਹਿੰਦਾ ਕੀ ਸੀ ਵੀ ਮੈਂ ਚੋਰੀਆਂ ਨਹੀਂ ਛੱਡ ਸਕਦਾ। ਇਹ ਤਾਂ ਮੇਰਾ ਪਿਓ ਵੀ ਕਰਦਾ ਰਿਹਾ, ਮੇਰਾ ਦਾਦਾ, ਮੇਰਾ ਪੜਦਾਦਾ, ਮੇਰੇ ਪਿਓ ਦਾ ਪੜਦਾਦਾ, ਇਹ ਤਾਂ ਸਾਡੇ ਖੂਨ 'ਚ ਚੋਰੀਆਂ ਕਰਨੀਆਂ, ਤਾਂ ਅਸੀਂ ਛੱਡ ਨਹੀਂ ਸਕਦੇ। ਚਲੋ ਸਾਖੀ ਤੁਸੀਂ ਜਾਣਦੇ ਆ ਵੀ ਗੁਰੂ ਸਾਹਿਬ ਨੇ 3 ਉਪਦੇਸ਼ ਦਿੱਤੇ ਸਨ। ਚੋਰੀਆਂ ਨਾ ਛੱਡ, ਆਹ 3 ਗੱਲਾਂ ਨੂੰ ਸੁਣ ਕੇ ਜ਼ਿੰਦਗੀ 'ਚ ਕਮਾ ਲਈ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਉਹ ਸ਼ਬਦਾਂ ਦੇ ਨਾਲ, ਉਸ ਗਿਆਨ ਦੇ ਨਾਲ ਭੂਮੀਏ ਚੋਰ ਦਾ ਜੀਵਨ ਬਦਲ ਦਿੱਤਾ। ਇੰਨੀ ਕਾਫੀ ਆ ਵੀ ਤੁਸੀਂ ਇਸ਼ਾਰਾ ਜਿਹੜਾ ਹੈ ਉਹ ਸਮਝ ਕੇ ਹੋਵੋਗੇ। ਗੁਰੂ ਛਡਵਾ ਸਕਦਾ ਨਹੀਂ। ਚੋਰ ਆ ਨਾ ਜਿਹੜਾ, ਚੋਰੀਆਂ ਕਰਨ ਲੱਗ ਜਾਵੇ, ਜਿੰਨੀ ਮਰਜ਼ੀ ਕੁੱਟ ਪਵੇ, ਜੇਲ੍ਹ ਹੋਵੇ, ਪੰਚਾਇਤਾਂ ਥਾਣਿਆਂ 'ਚ ਜਾਣਾ ਪਵੇ, ਉਹ ਆਪਣਾ ਸੁਭਾਅ ਨਹੀਂ ਤਿਆਗਦਾ। ਫਿਰ ਪਾਤਸ਼ਾਹ ਨੇ ਇੱਥੇ ਜ਼ਿਕਰ ਉਹਨਾਂ ਦਾ ਕੀਤਾ, ਚੋਰਾਂ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਚੋਰ ਗਲਤ ਭਾਵਨਾ ਵਾਲੇ, ਗੰਦੀ ਭਾਵਨਾ ਵਾਲੇ ਬੰਦੇ, ਚਾਹੇ ਉਹ ਕਿਸੇ ਵੀ ਰੂਪ 'ਚ ਹੋਣ, ਔਰਤ ਚਾਹੇ ਉਹ ਮਰਦ ਦੇ ਰੂਪ 'ਚ, ਚੋਰਾਂ। ਫਿਰ ਅੱਗੇ ਕਿਹਾ ਜਾਰਾਂ। ਚਲੋ ਇਸ ਗੱਲ ਤੇ ਤੁਸੀਂ ਕਾਫੀ ਜਾਣਦੇ ਹੋ ਵੀ ਲਫ਼ਜ਼ ਨੇ ਜਿਹੜੇ, ਸ਼ਬਦ ਨੇ, ਕੋਈ ਮਾੜੇ ਨਹੀਂ ਹੁੰਦੇ, ਪਰ ਉਹ ਬਦਨਾਮ ਹੋ ਜਾਂਦੇ ਨੇ। ਹੁਣ ਯਾਰ ਲਫ਼ਜ਼ ਮਾੜਾ ਤਾਂ ਨਹੀਂ ਹੈ। ਗੁਰੂ ਕੀ ਪਾਵਨ ਬਾਣੀ 'ਚ ਇੱਕ ਨਹੀਂ ਅਨੇਕਾਂ ਥਾਂ ਤੇ ਯਾਰ ਲਫ਼ਜ਼ ਦੀ ਵਰਤੋਂ ਕੀਤੀ ਆ। ਹੱਲੇ ਯਾਰਾ, ਹੱਲੇ ਯਾਰਾ, ਖੁਸ਼ਖਬਰੀ, ਬਲ ਬਲ ਜਾਉ, ਹਉ ਬਲ ਬਲ ਜਾਉ। ਹੁਣ ਗੁਰੂ ਸਾਹਿਬ ਨੇ ਉੱਥੇ ਪਰਮਾਤਮਾ ਰੱਬ ਲਈ ਯਾਰ ਲਫ਼ਜ਼ ਵਰਤਿਆ। ਬੁੱਲੇ ਸ਼ਾਹ ਵਰਗੇ ਵੀ ਯਾਰ ਲਫ਼ਜ਼ ਦੀ ਵਰਤੋਂ ਕਰਦੇ ਆ। ਨੰਦ ਲਾਲ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਉਂਗਲ ਕਰਕੇ ਗੱਲ ਕਹੀ ਹੈ, ਮੇਰਾ ਯਾਰ ਆ। ਪਰ ਸਮਾਂ ਪਾ ਕੇ ਇਹ ਯਾਰ ਲਫ਼ਜ਼ ਸੀ ਜਿਹੜਾ, ਇਹ ਜਿਹੜੇ ਕਿਸੇ ਸਾਨੂੰ ਸਕੂਲਾਂ 'ਚ ਪੜ੍ਹਾਏ ਜਾਂਦੇ ਆ, ਸਾਡੀਆਂ ਸੱਥਾਂ 'ਚ ਬਜ਼ੁਰਗ ਪਹਿਲਾਂ ਸੁਣਦੇ ਹੁੰਦੇ ਸੀ, ਅੱਜ ਵੀ ਬੜੇ ਸ਼ੌਂਕੀ ਨੇ ਲੋਕ। ਕਹਿੰਦੇ ਨੇ ਮੈਂ ਤਾਂ ਪੁਰਾਣੇ ਗਾਣਿਆਂ ਦਾ ਸ਼ੌਂਕੀ ਆਂਗਾ। ਸ਼ੌਂਕ ਰੱਖੋ ਗੁਰਬਾਣੀ ਦਾ, ਗਾਣਿਆਂ 'ਚੋਂ ਕੀ ਮਿਲਣਾ? ਹਾਂ, ਸਿੱਖਿਆ ਲਈ ਆਪਾਂ ਸਿੱਖ ਸਕਦੇ ਹਾਂ,
ਉਹ ਕੀ ਸੀ? ਕਿੱਛੇ ਕਿਹੜੇ ਜੀ? ਹੀਰ ਰਾਂਝੇ ਦੇ, ਸੋਹਣੀ ਮਹੀਵਾਲ ਦੇ, ਸੱਸੀ ਪੁੰਨੂ ਮਿਰਜ਼ਾ ਸਾਹਿਬਾ, ਉਹਨਾਂ ਦੇ ਕਿੱਛੇ ਉਹ ਕੌਣ ਸੀ? ਇਹਦੇ ਬਾਰੇ ਪਿੱਛੇ ਹਿਸਟਰੀ ਕੋਈ ਉਹਨਾਂ ਦਾ ਬਾਇਓਡਾਟਾ ਫਰੋਲਿਆ ਨਾ। ਅੱਛਾ, ਕੋਈ ਚਾਹੁੰਦਾ ਮੇਰੇ ਘਰ ਹੀਰ ਜੰਮੇ, ਮੇਰੇ ਘਰ ਸਾਹਿਬਾ ਜੰਮੇ? ਕੋਈ ਨਹੀਂ ਚਾਹੁੰਦਾ ਗਾ। ਚਾਹੁੰਦਾ ਮੇਰੇ ਘਰ ਰਾਂਝਾ ਮਿਰਜ਼ਾ ਜੰਮੇ? ਨਾ, ਕੋਈ ਨਹੀਂ ਚਾਹੁੰਦਾ। ਉਹਨਾਂ ਨੂੰ ਸੁਣਦੇ ਆ, ਉਹਨਾਂ ਦੇ ਸਰੀਰਕ ਮਲਾਪ ਨੂੰ ਜਾਰ ਲਫ਼ਜ਼ ਨਾਲ ਜੋੜ ਕੇ ਜਾਰ ਲਫ਼ਜ਼ ਨੂੰ ਅਸੀਂ ਬਦਨਾਮ ਕਰਤਾ, ਅਸੀਂ ਉਹਨਾਂ ਲੋਕਾਂ ਨੇ। ਹੁਣ ਜਾਰ ਲਫ਼ਜ਼ ਨਹੀਂ ਸੀ ਮਾੜਾਗਾ, ਬੜਾ ਪਵਿੱਤਰ ਲਫ਼ਜ਼ ਸੀ, ਕਿਉਂਕਿ ਜਿਹੜੀ ਗੱਲ ਗੁਰਬਾਣੀ ਬਿਆਨ ਕਰਦੀ ਆ ਉਹਨੂੰ ਪਵਿੱਤਰ ਹੀ ਆ, ਉਹਦੇ ਨਾਲੋਂ ਪਵਿੱਤਰ ਹੋਰ ਕੀ ਹੋ ਸਕਦਾ। ਚਲੋ ਇੱਥੇ ਜ਼ਿਕਰ ਕੀਤਾ ਜਾਰ ਲਫ਼ਜ਼। ਇੱਥੇ ਕੌਣ ਨੇ? ਉਹ ਲੋਕ ਜਿਨ੍ਹਾਂ ਦੀ ਭਾਵਨਾ ਮਾੜੀ ਆ, ਜਿਨ੍ਹਾਂ ਦੇ ਖਿਆਲ ਗੰਦੇ ਨੇ, ਜਿਨ੍ਹਾਂ ਨੂੰ ਆਪਾਂ ਆਪਣੀ ਭਾਸ਼ਾ ਵਿੱਚ ਗਲਤ ਬਿਆਨ ਕਰਦੇ ਆ ਵੀ ਇਹ ਬੰਦੇ ਗਲਤ ਨੇ ਭਾਈ। ਪਹਿਲਾ ਲਫ਼ਜ਼ ਚੋਰਾਂ, ਫਿਰ ਕਿਹਾ ਜਾਰਾਂ, ਤੀਸਰਾ ਲਫ਼ਜ਼ ਵਰਤਿਆ ਗਾ ਰੰਡੀਆਂ। ਸੋ ਵਾਹਿਗੁਰੂ ਭਲਾ ਕਰੇ। ਇਸ ਗੱਲ ਨੂੰ ਵੀ ਆਪਾਂ ਸਮਝਣਾ, ਇਸ ਗੱਲ ਨੂੰ ਵੀ ਆਪਾਂ ਸਮਝਣਾ ਗਾ, ਕਿਉਂਕਿ ਸਾਡਾ ਸਾਰਿਆਂ ਦਾ ਪਤੀ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਨੂੰ ਵਸਾਰ ਦਿੱਤਾ। ਭਾਵੇਂ ਸਰੀਰਕ ਤਲ ਤੇ ਦੋ ਸਰੀਰਾਂ ਦਾ, ਪਤੀ ਤੇ ਪਤਨੀ ਦਾ ਮਿਲਾਪ ਹੈ, ਪਰ ਅਸੀਂ ਉਸ ਟਾਈਮ ਤੇ ਜੋ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਬਿਆਨ ਕੀਤਾ ਉਹ ਲਫ਼ਜ਼ ਦੇ ਧਾਰਨੀ ਹੋ ਗਏ। ਜਿਵੇਂ ਕਿ ਕਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਕਿਹਾ ਸੀ ਨਾ, ਚੂਨਾ ਮੰਡੀ ਯਤੀਮ ਹੋ ਗਿਆ। ਬਸ ਗੱਲ ਦੇ ਵਿੱਚੋਂ ਗੱਲ ਹੀ ਕੱਢਣੀ ਆਪਾਂ ਤਾਂ, ਵੀ ਕਈ ਵਾਰ ਆਪਾਂ ਸਰੀਰਕ ਤਲ ਤੇ ਨਾ ਮੰਨ ਲਈਏ ਵੀ ਇੱਥੇ ਰੰਡਾ ਜਾਂ ਰੰਡੀ ਲਫ਼ਜ਼ ਵਰਤਿਆ, ਉਹ ਮਰਦ ਤੇ ਔਰਤ ਦਾ ਆਪਸ ਵਿੱਚ ਇੱਕ ਦੂਜੇ ਦਾ ਇੱਕ ਚਲਾਣਾ ਹੋ ਗਿਆ, ਇੱਕ ਜਣਾ ਚਲਾ ਗਿਆ ਵੀ ਉਹਦੇ ਲਈ ਲਫ਼ਜ਼ ਵਰਤਿਆ ਨਾ। ਗਲਤ ਭਾਵਨਾ, ਗਲਤ ਖਿਆਲਾਂ ਵਾਲੇ ਲੋਕਾਂ ਵਾਸਤੇ ਲਫ਼ਜ਼ ਵਰਤਿਆ। ਜਿਵੇਂ ਉੱਥੇ ਕਿਹਾ ਨਾ ਵੀ ਯਤੀਮ ਹੋ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦਾ ਚੌਥਾ ਵਾਰਸ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ? ਨਹੀਂ ਲੋਕੋ, ਯਤੀਮ ਮੈਂ ਨਹੀਂ, ਯਤੀਮ ਤੁਸੀਂ ਹੋ, ਜਿਹੜੇ ਰੱਬ ਰੂਪੀ ਮਾਂ ਨਾਲੋਂ ਟੁੱਟੇ ਪਏ ਹੋ, ਜਿਹੜੇ ਆਪਣੀ ਮੱਤ ਰੂਪੀ ਮਾਂ ਨੂੰ ਮਾਰੀ ਬੈਠੇ ਹੋ, ਮੱਤ ਰੂਪੀ ਮਾਂ ਨੂੰ ਮਾਰੀ ਬੈਠੇ ਹੋ, ਰੱਬ ਰੂਪੀ ਮਾਂ ਨੂੰ ਟੁੱਟੇ ਬੈਠੇ ਹੋ। ਤੁਸੀਂ ਯਤੀਮ ਹੋ, ਮੈਂ ਥੋੜੀ ਯਤੀਮ ਹਾਂ, ਮੈਂ ਨਹੀਂ ਯਤੀਮ ਹਾਂ। ਬਸ ਇਸੇ ਗੱਲ ਨੂੰ ਇੱਥੇ ਸਮਝਣਾ ਆਪਾਂ। ਚਲੋ ਮੈਂ ਸ਼ਾਇਦ ਇਸ ਗੱਲ ਦੀ ਮਾਫੀ ਚਾਹਾਂ ਵੀ ਖੁੱਲ ਕੇ ਬਿਆਨ ਨਹੀਂ ਕਰ ਸਕਾਂਗਾ। ਚੋਰਾਂ, ਜਾਰਾਂ, ਰੰਡੀਆਂ, ਅੱਗੇ ਲਿਖਿਆ ਕੁੱਟਣੀਆਂ। ਕੁੱਟਣੀਆਂ ਤੋਂ ਭਾਵ ਜਿਵੇਂ ਆਪਾਂ ਆਪਣੀ ਭਾਸ਼ਾ 'ਚ ਦੱਲਾ ਜਾਂ ਦੱਲੀ ਲਫ਼ਜ਼ ਵਰਤਦੇ ਆ, ਅਰਥ ਬਣ ਗਿਆ ਦੱਲਾ, ਦੱਲੀ। ਸੋ ਮੈਂ ਮਾਫੀ ਫਿਰ ਚਾਹਾਂਗਾ, ਤੁਹਾਡੇ ਮਨ 'ਚ ਕਿਤੇ ਇਦਾਂ ਦਾ ਖਿਆਲ ਨਾ ਬਣ ਜੇ ਵੀ ਇਹ ਲਫ਼ਜ਼ ਗੁਰਬਾਣੀ 'ਚ ਲਿਖੇ ਨੇ। ਜ਼ਰੂਰ ਤੁਸੀਂ ਪੜ੍ਹ ਸਕਦੇ ਹੋ। ਅੰਗ ਨੰਬਰ ਗੁਰਦੇਵ ਪਾਤਸ਼ਾਹ ਨੇ 790 ਦੇ ਉੱਪਰ ਪਹਿਲਾ ਸ਼ਬਦ ਦਰਜ ਕੀਤਾ ਗਾ, ਪਰ ਸਿਰਫ ਸਾਨੂੰ ਸਮਝਾਉਣ ਦੇ ਲਈ, ਸਾਡੀ ਜ਼ਿੰਦਗੀ ਬਦਲਣ ਦੇ ਲਈ। ਦੇਖੋ, ਗਾਲ ਕੱਢਣੀ ਬਹੁਤ ਮਾੜੀ ਆ, ਬਹੁਤ ਮਾੜੀ ਆ ਨਾ, ਘਟੀਆ। ਆਪਾਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਰੋਕ ਕੇ ਰੱਖਦੇ ਆ, ਪਰ ਕਈ ਵਾਰ ਭੈਣ ਭਰਾ ਨੂੰ ਤੇ ਭੈਣ ਵੀਰ ਨੂੰ ਲਫ਼ਜ਼ ਗਲਤ ਬਿਆਨ ਕਰਕੇ ਝਿੜਕ ਪਾ ਜਾਂਦੇ ਨੇ। ਲਫ਼ਜ਼ ਉਹੀ ਨੇ ਜਿਹੜੇ ਬਦਨਾਮ ਹੋਏ ਹੋਏ ਨੇ ਸਾਡੇ ਸੰਸਾਰ ਵਿੱਚ, ਸਾਡੇ ਘਰ 'ਚ। ਭੈਣ ਵੀਰ ਦੇ ਪ੍ਰਥਾਏ ਬੋਲ ਜਾਂਦੀ ਆ ਤੇ ਵੀਰ ਭੈਣ ਦੇ ਪ੍ਰਥਾਏ ਬੋਲ ਜਾਂਦਾ। ਉਹਦੇ ਪਿੱਛੇ ਭਾਵਨਾ ਕੀ ਹੁੰਦੀ ਹੈ ਵੀ ਸਮਝ ਜੇ, ਝਿੜਕੇ ਤੋਂ, ਤਿੱਖਾ ਬੋਲੇ ਤੋਂ ਸਮਝ ਜੇ, ਬਸ ਭਾਵਨਾ ਪਿੱਛੇ ਆ ਹੁੰਦੀ ਆ। ਉਦਾਂ ਗਾਲ ਦੇਣੀ, ਤਿੱਖਾ ਬੋਲਣਾ, ਗਲਤ ਬੋਲਣਾ ਗਲਤ ਆ। ਆਪਾਂ ਆਪਣੇ ਬੱਚਿਆਂ ਨੂੰ ਵੀ ਰੋਕ ਕੇ ਰੱਖਦੇ ਆ। ਇੱਥੇ ਜੇ ਗੁਰੂ ਸਾਹਿਬ ਨੇ ਆਹ ਲਫ਼ਜ਼ ਵਰਤੇ ਨਾ, ਸਾਨੂੰ ਸਮਝਾਉਣ ਦੇ ਲਈ ਵਰਤੇ ਨੇ। ਆਪਾਂ ਇਦਾਂ ਨਹੀਂ ਆਪਾਂ ਮੰਨਣਾ ਵੀ ਇਹ ਸਾਨੂੰ ਗੁਰੂ ਸਾਹਿਬ ਜੀ ਖਬਰ ਨਹੀਂ ਜਾਣ ਬੁੱਝ ਕੇ ਕਹਿ ਰਹੇ ਨੇ, ਜਾਂ ਗੁਰੂ ਨਹੀਂ ਕਹਿੰਦਾ, ਜਾਂ ਕੋਈ ਬੋਲਣ ਵਾਲਾ ਬੁਲਾਰਾ ਸਾਡੇ ਲਈ ਕਹਿ ਰਿਹਾ ਨਾ।
ਇੱਥੇ ਮਤਲਬ ਕੀ ਆ, ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦੇ ਲਫ਼ਜ਼ ਵਰਤੇ ਆ। ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦਲੀਆਂ, ਦੀਵਾਨ। ਦੀਵਾਨ ਤੋਂ ਭਾਵ ਕਚਹਿਰੀ। ਹੁਣ ਅੱਗੇ ਗੁਰੂ ਸਾਹਿਬ ਜੀ ਨੇ ਅੱਖਰੀ ਅਰਥ ਕੀ ਕੀਤੇ ਨੇ ਇਸ ਪਾਵਨ ਪੰਕਤੀ ਦੇ? ਚੋਰ, ਗੰਦੇ ਬੰਦੇ। ਫਿਰ ਕੀ ਕਿਹਾ? ਵਿਭਚਾਰਨ, ਜੀਵਨ ਵਾਲੇ, ਚਾਹੇ ਉਹ ਮਰਦ ਨੇ ਚਾਹੇ ਔਰਤਾਂ ਨੇ। ਜਾਰ, ਫਿਰ ਅੱਗੇ ਲਫ਼ਜ਼ ਵਰਤਿਆ ਗਾ ਜੋ ਆਪਾਂ ਸ਼ਬਦ ਵਰਤਿਆ ਸੀਗਾ, ਦੱਲੇ ਜਾਂ ਦੱਲੀਆਂ। ਚੋਰ, ਜਾਰ, ਰੰਡੇ, ਰੰਡੀਆਂ, ਕੁੱਟਣੀਆਂ, ਦੀਵਾਨ। ਫਿਰ ਚੌਥਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਨਾਂ ਦਾ ਕਹਿੰਦੇ ਆਪਸ ਵਿੱਚ ਸਾਰੀ ਜੁੰਡਲੀ ਦਾ ਮਿਲਾਪ ਹੋ ਜਾਂਦਾ ਭਾਈ। ਆਪਣੀ ਆਮ ਹੀ ਕਹਾਵਤ ਆ, ਲੰਡੇ ਨੂੰ ਖੁੰਡਾ ਦੂਰੋਂ ਵਿੰਗ ਪਾ ਕੇ ਮਿਲਦਾ। ਆਪਣੀ ਆਮ ਹੀ ਬੋਲੀ ਹੈ ਇਹ। ਤੇ ਗੁਰੂ ਨਾਨਕ ਸਾਹਿਬ ਨੇ ਇੱਥੇ ਬਿਆਨ ਕੀਤਾ, ਇੱਕ ਦੂਜੇ ਨੂੰ ਦੂਰੋਂ ਮਿਲਣਗੇ ਇਹ। ਹੁਣ ਇਹ ਤਾਂ ਹੈ ਨਹੀਂ ਵੀ ਕੋਈ ਸਤ ਸੰਗਤ ਕਰਨ ਵਾਲਾ ਵੀ ਉਹਦੇ ਕੋਲੇ ਚੋਰ ਆਊ, ਨਾ। ਉਹ ਤਾਂ ਦੂਰੀ ਬਣਾ ਕੇ ਰੱਖੂ। ਇਹ ਤੋਂ ਕੀ ਲੈਣਾ? ਤੜਕੀ ਅੱਖਾਂ ਵਿੱਚ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਤੜਕੀ ਚੱਲ ਪੈਂਦਾ ਨਹਾ ਧੋ ਕੇ ਗੁਰਦੁਆਰੇ ਕੰਨੀ ਨੂੰ, ਤੜਕੀ ਚੱਲ ਪੈਂਦਾ ਮੰਦਰ ਮਸੀਤ ਕੰਨੀ ਨੂੰ। ਹੁਣ ਜਿਹੜੇ ਦੇ ਅੰਦਰ ਭਾਵਨਾ ਚੋਰ ਦੀ ਆ, ਉਹ ਤਾਂ ਆਹੀ ਗੱਲ ਕਹੂ ਨਾ। ਜਿਹਦੇ ਅੰਦਰ ਭਾਵਨਾ ਯਾਰ ਦੀ ਆ, ਗਲਤ ਯਾਰੀ ਲਾਉਣ ਦੀ ਭਾਵਨਾ, ਉਹ ਤਾਂ ਇਹੀ ਗੱਲ ਕਹੂ, ਲੈ ਮੈਂ ਥੋੜੀ ਜਾਊਂਗਾ ਉਧਰ। ਤੜਕੀ ਚੱਲ ਪੈਂਦਾ ਨੇ। ਤਾਂ ਉਹਨਾਂ ਦੀ ਆਪਸ ਵਿੱਚ ਮਿੱਤਰਤਾ ਹੋ, ਤਾਲਮੇਲ ਜਿਹਨੂੰ ਆਪਾਂ ਕਹਿ ਦਈਏ, ਆਪਸ ਵਿੱਚ ਉਹ ਰਿਲੇਟਡ ਹੋਣਗੇ, ਸੰਬੰਧਿਤ ਹੋਣਗੇ। ਕੋਈ ਗੱਲ ਨਹੀਂ, ਤੈਨੂੰ ਮੌਕਾ ਪਿਆ ਮੈਨੂੰ ਦੱਸ ਦੀ, ਮੈਨੂੰ ਮੌਕਾ ਪਿਆ ਨਾ ਤੈਨੂੰ ਮੈਂ ਦੱਸਣਾ, ਕੋਈ ਗੱਲ ਨਹੀਂ। ਆਪਸ ਵਿੱਚ ਉਹਨਾਂ ਦਾ ਤਾਲਮੇਲ ਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦਾ ਬਹਿਣ ਖਲੋਣ ਇਕੱਠਾ ਹੁੰਦਾ ਗਾ। ਜਿਵੇਂ ਬਾਬਾ ਕਬੀਰ ਸਾਹਿਬ ਜੀ ਲਿਖਿਆ ਨਾ, ਇਕਤ ਪੱਤਰ ਭਰ ਉਰਕਟ ਕੁਰਕੁਟ, ਇਕਤ ਪੱਤਰ ਭਰ ਪਾਣੀ। ਹੁਣ ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਫਿਰ ਬਹਿੰਦੇ ਕਿੱਥੇ ਨੇ? ਇੱਕ ਥਾਂ ਤੇ। ਆਸ ਪਾਸ 5 ਜੋਗੀਆਂ ਬੈਠੇ, बीच नकट दे रानी, बिच की भाई आ रानी। रानी केड़ी? शराब। हुण कबीर साहब जी कहंदे ने जुंडली बना के एक थां ते बैठ के ना गलत महफिलां लाउंदे नेगे। इत्थे गुरु नानक साहब जी कहंदे ने ये धर्म तो वांझे लोग हुंदे ने भाई, इन्हां दे कोले कदे सच नहीं आ सकदा। इत्थे लफज वरत्या इन्हां दे कोले, आ जिहड़े 4-5 जिन्हां दे नाम लेता ना आपां, ते इन्हां दे कोले गुरु साहब जी कहंदे कदे सच नहीं आ सकदा, कदे भी ये सच दे नाल लिहाज नहीं पा सकदे। उदाहरण, जिहड़ा मनुख नशे करदा ना, उहदे कोले जिन्ना मर्जी देसी घ्यो, बदाम, अखरोट, सुक्के मेवे, फ्रूट लिया के रख दो, वो नक मारदा, कहंदा ना मैं नहीं खाने। हाँ, नशा लिया दो, चिट्टा, टीके, अफीम, भुक्कियां, जो मर्जी लिया दो, वो खा लूं कहंदा। इवें जिवें रब दा प्यारा गा, रब दा प्यारा सुक्के मेवे खांदा। अपना आम भी एक बोल है ना, करोगे सेवा मिलूगा मेवा। मेवे तो भाव सुक्के मेवे केड़े? गुरु दी मत, गुरु दे शब्द दी विचार, वो मेवा। जिहड़ा कि मेवा हौली हौली असर करदा ना, एनर्जी दिंदा, ताकत दिंदा, ताकत वाली वस्तु। इवें जिवें गुरु दा शब्द, गुरबाणी सानू अंदरों हौसला दिंदी है, ताकत दिंदी है, जे साडा विश्वास गुरु ते रवे। ते इत्थे गुरदेव पातशाह जी कहंदे ये लोग भाई सत संगियां दे नाल कदे भी अपने जीवन दा मलाप नहीं करदे। कुटणियां दीवान। अगे पातशाह जी कहंदे ने बेदीना की दोस्ती, बेदीना की दोस्ती, बेदीना का खान। इन्हां दी आपसी विच दोस्ती हुंदी है। बेदीना तो भाव की है? आपां नूं पता ना, अधर्मी। यही शब्द नूं साडे घरां विच भी कई बार अक के उधर उधर ही लफज वरता जांदा, बेदीनो वदीन होने आ। ये लफज साडे घरां दे विच आम वरते जांदे ने। सियाणे परिवार नहीं, जिन्हां नूं मत होशी कह लो घट हुंदी आ, अणजाण पुणे च ये लफज ये गालां वरतदे ने। ते गुरु साहब ने इत्थे लिखिया गा वे दीना की दोस्ती,
ਉਹ ਜਿਹੜੇ ਆ ਧਾਰਨੀ ਹੁੰਦੇ ਆ ਨਾ ਕੰਮ ਦੇ, ਉਹਨਾਂ ਦਾ ਆਪਸ ਵਿੱਚ ਬਹਿਣ ਖਲੋਣ। ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਉਹਨਾਂ ਨੂੰ ਗੁਰੂ ਦੀ ਸਤ ਸੰਗਤ ਵਿੱਚ ਆ ਕੇ ਨਾ, ਗੁਰੂ ਦਾ ਨਾਮ, ਜੋ ਗੁਰੂ ਵੱਲੋਂ ਰੋਜ਼ ਸਾਨੂੰ ਮਿੱਠਾ ਪ੍ਰਸ਼ਾਦ ਮਿਲਦਾ, ਕੜਾਹ ਪ੍ਰਸ਼ਾਦ, ਇਹ ਨਹੀਂ ਚੰਗਾ ਲੱਗਦਾ। ਗੁਰੂ ਦਾ ਸ਼ਬਦ ਮਿੱਠਾ ਨਾ, ਬਹੁਤ ਮਿੱਠਾ ਗਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਤਾਰੀ ਰੇ। ਜਿਹਨੂੰ ਗੁਰੂ ਪਾਤਸ਼ਾਹ ਲਿਖਿਆ ਹਮਾਰੀ ਪਿਆਰੀ, ਮੈਨੂੰ ਪਿਆਰਾ ਕੌਣ ਲੱਗਦਾ? ਅੰਮ੍ਰਿਤ ਧਾਰੀ। ਅੰਮ੍ਰਿਤ ਧਾਰੀ ਗੁਰਬਾਣੀ, ਮੈਨੂੰ ਤਾਂ ਅੰਮ੍ਰਿਤ ਧਾਰ ਮਿੱਠੀ ਬਾਣੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਕਿੰਨੇ ਲਫ਼ਜ਼ ਨੇ ਗੁਰੂ ਕੀ ਬਾਣੀ ਦੇ ਪਰਥਾਏ ਵੀ ਮਿੱਠੀ ਬਾਣੀ ਆ। ਉਹਨਾਂ ਨੂੰ ਆ ਮਿੱਠੀ ਬਾਣੀ, ਮਿੱਠਾ ਪ੍ਰਸ਼ਾਦ ਚੰਗਾ ਨਹੀਂ ਲੱਗਦਾ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨਾ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ। ਉਹਨਾਂ ਦਾ ਆਪਸ ਵਿੱਚ ਮੇਲ ਜੋਲ ਹੁੰਦਾ, ਦੋਸਤੀ ਹੁੰਦੀ ਆ, ਤੇ ਆਪਸ ਵਿੱਚ ਉਹਨਾਂ ਦਾ ਖਾਣ ਪੀਣ ਹੁੰਦਾ ਗਾ। ਉਹਨਾਂ ਦਾ ਖਾਣ ਪੀਣ ਉਹ ਹੁੰਦਾ ਗਾ ਜੀ ਤੋਂ ਲੋਕ ਸੂਗ ਮੰਨਦੇ ਹੋਣ, ਜੀ ਤੋਂ ਲੋਕ ਨਫ਼ਰਤ ਮੰਨਦੇ ਹੋਣ, ਜਿਹਦੇ ਨਾਲ ਆਮ ਜਨਤਾ ਦਾ ਵੀ ਸੰਬੰਧ ਨਹੀਂ ਜੁੜਦਾ ਗਾ, ਆਮ ਜਨਤਾ ਦਾ ਵੀ। ਤੇ ਪਰ ਉਹ ਵੇਦੀਨਾ ਕੀ ਦੋਸਤੀ, ਵੇਦੀਨਾ ਕੀ ਖਾਣ ਵਾਲੇ ਚੋਰਾਂ ਜਾਰਾਂ, ਰੰਡੀਆਂ ਕੁੱਟਣੀਆਂ ਦੀਵਾਨ, ਉਹ ਉੱਥੇ ਜਾਂਦੇ ਨੇਗੇ। ਉਹਨਾਂ ਨੂੰ ਜਿੰਨਾ ਮਰਜ਼ੀ ਘੇਰ ਘੇਰ ਕੇ ਲਿਆਵੋ, ਉਹ ਉੱਥੋਂ ਨਹੀਂ ਟਲਦੇ, ਉੱਥੋਂ ਨਹੀਂ ਟਲਦੇ। ਉਹ ਉਹਨਾਂ ਨੇ ਉਹ ਕੰਮ ਕਰਨਾ ਹੀ ਕਰਨਾ ਗਾ। ਹੁਣ ਇੱਥੇ ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ, ਸਿਫਤੀ ਸਾਰ ਨਾ ਜਾਣਨੀ। ਉਹ ਕਹਿੰਦੇ ਸਿਫਤ ਕਰਵਾਉਣ ਦੇ ਨਾਲ, ਸਿਫਤ ਕਰਨ ਦੇ ਨਾਲ ਉਹਨਾਂ ਦੀ, ਚਾਹੇ ਰੱਬ ਦੀ ਚਾਹੇ ਗੁਰੂ ਦੀ ਵਡਿਆਈ ਕਰੋ। ਕਹਿੰਦੇ ਉਹ ਸਿਫਤੀ ਸਾਰ ਨਾ ਜਾਣਨੀ, ਉਹ ਨਹੀਂ ਜਾਣਦੇ ਭਾਈ ਵੀ ਸਿਫਤ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਗਾ। ਉਹਨਾਂ ਦਾ ਧਿਆਨ ਤਾਂ ਕੇਵਲ ਆਪਣੇ ਮੰਦੜੇ ਕਰਮਾਂ ਤੇ ਹੀ ਹੁੰਦਾ ਗਾ, ਉੱਥੋਂ ਧਿਆਨ ਨਹੀਂ ਬਦਲਦੇ। ਉਹ ਆਪਾਂ ਪਹਿਲਾਂ ਵੀ ਲਫ਼ਜ਼ ਬੋਲਿਆ, ਹੁਣ ਫਿਰ ਮੈਂ ਦੁਹਰਾਉਣਾ ਗਾ ਵੀ ਜੇ ਗੁਰੂ ਪਾਤਸ਼ਾਹ ਦੀ ਨਿਗਾਹ ਵਿੱਚ ਆ ਜਾਣ, ਕੇਵਲ ਨਿਗਾਹ 'ਚ ਨਹੀਂ ਆਉਣਾ, ਨਿਗਾਹ ਦੇ ਵਿੱਚ ਆ ਕੇ ਗੁਰੂ ਨਾਲ ਜੁੜਨ ਦਾ, ਗੁਰੂ ਦੇ ਸ਼ਬਦ ਨਾਲ ਪਿਆਰ ਕਰਨ ਦਾ ਉਹਨਾਂ ਨੂੰ ਤਰੀਕਾ ਮਿਲ ਜਾਵੇ, ਆਪਣੇ ਕੀਤੇ ਹੋਏ ਮੰਦੜੇ ਕਰਮ ਦਾ ਅਹਿਸਾਸ ਕਰਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਜੀਵਨ ਬਦਲ ਸਕਦਾ। ਫਿਰ ਇੱਕ ਦਾ ਨਹੀਂ, ਆਪਾਂ ਥੋੜਾ ਜਿਹਾ ਨਾਂ ਗਿਣ ਲਓ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇੱਥੇ ਚੋਰਾਂ ਦਾ ਜੀਵਨ ਵੀ ਬਦਲਿਆ। ਵਿਧੀਆ ਚੋਰ ਆ ਨਾ, ਜੀਵਨ ਬਦਲ ਗਿਆ ਸੀ। ਤੇ ਫਿਰ ਭਾਈ ਵਿਧੀ ਚੰਦ ਬਣਿਆ ਗੁਰੂ ਦੇ 5 ਨੇੜਲੇ ਗੁਰਸਿੱਖਾਂ ਚੋਂ। ਭੂਮਿੰਗੇ ਦੀ ਗੱਲ ਕਰਨੀ ਸੀ, ਚੋਰ ਆ ਨਾ, ਪਰ ਗੁਰੂ ਦਾ ਬਹੁਤ ਪਿਆਰਾ ਸਿੱਖ ਬਣਿਆ। ਗਣਕਾ ਰੰਡੇਪਣ ਦੇ ਵਿੱਚ ਜੀਵਨ ਜਿਉਂਦੀ ਆ ਨਾ, ਵੇਸ਼ਵਾ। ਤੇ ਦੇਖੋ ਜਿੱਦੇ ਕੋਈ ਰੱਬੀ ਪਿਆਰਾ ਮਿਲਿਆ ਤੇ ਰੱਬੀ ਪਿਆਰੇ ਨਾਲ ਮਿਲਾਪ ਕਰਕੇ, ਕੇਵਲ ਉਹ ਨਿਗਾਹ 'ਚ ਨਹੀਂ ਆਈ, ਰੱਬੀ ਪਿਆਰੇ ਨਾਲ ਮਿਲਾਪ ਇਸ ਤਰੀਕੇ ਨਾਲ ਹੋਇਆ, ਦੋਸਤੀ ਪੈ ਗਈ ਤੇ ਆਪਣਾ ਜੀਵਨ ਬਦਲ ਗਿਆ। ਅਜਾਮਲ ਉਹ ਵੀ ਵੇਸਵਾ ਦਾ ਰੂਪ ਜ਼ਿੰਦਗੀ ਜਿਉਂਦਾ ਗਾ। ਅਜਾਮਲ ਪਾਪੀ ਜਗ ਜਾਣੈ, ਕਨੌਜ ਦਾ ਰਹਿਣ ਵਾਲਾ, ਤੇ ਇਹਦੇ ਤੇ ਵੀ ਮਾਲਕ ਦੀ ਕਿਰਪਾ ਹੋਈ। ਅਜਾਮਲ ਦਾ ਨਾਮ ਵੀ ਗੁਰਬਾਣੀ ਵਿੱਚ ਆ ਗਿਆ। ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਇੱਥੇ ਰੰਡਾਪਣ ਕਿਹਾ ਗਾ? ਚੋਰ ਜਾਰ, ਇਹ ਉਹ ਲੋਕ ਨੇਗੇ। ਰੰਡੀਆਂ ਕੁੱਟਣੀਆਂ ਦੀਵਾਨ, ਦੱਲੇ ਲੋਕ, ਭਾਵ ਗੁਰੂ ਦੀ ਨਿਗਾਹ ਵਿੱਚ ਅਨੇਕਾਂ ਕਿਸਮਾਂ ਦੇ ਭੈੜੀ ਮੱਤ ਵਾਲੇ ਦੱਲੇ ਕਿਸਮ ਦੇ ਲੋਕ, ਉਹ ਵੀ ਤਰ ਗਏ ਭਾਈ। ਪਰ ਜੇ ਆ ਜਾਣ, ਇੱਥੇ ਲਫ਼ਜ਼ ਵਰਤਿਆ ਪਰ ਜੇ ਆ ਜਾਣ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, 100% ਇਹੀ ਯਕੀਨ ਹੁੰਦਾ ਵੀ ਇਹ ਨਹੀਂ ਸੁਧਰਦੇ। ਤਾਈਓ ਕਬੀਰ ਸਾਹਿਬ ਨੂੰ ਕਹਿਣਾ ਪਿਆ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਸਾਕਤ ਲੋਕ ਨੇ ਇਹ, ਰੱਬ ਨਾਲੋਂ, ਗੁਰੂ ਨਾਲੋਂ, ਆਪਣੇ ਧਰਮ ਨਾਲੋਂ, ਸੱਚ ਨਾਲੋਂ ਟੁੱਟੇ ਹੋਏ ਲੋਕ ਨੇ। ਇਹਨਾਂ ਨਾਲੋਂ ਜਿੰਨੀ ਕੁ ਦੂਰੀ ਬਣਾ ਲਵੇਂ ਉਹਨੂੰ ਚੰਗੀ ਆ। ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਵਾਸਨ ਕਾਰੋ ਪਰਸਿਆ ਤਉ ਕੱਛ ਲਾਗੈ ਦਾਗ। ਇਹਨਾਂ ਦਾ ਸੁਭਾਅ ਤਾਂ ਅਜਿਹਾ, ਲੰਗਰ ਵਿੱਚ ਰਸੋਈ ਵਿੱਚ ਜਾਵੇਂਗਾ ਨਾ, ਮੈਲੇ ਭਾਂਡੇ ਨੇ ਕਾਲਖ ਨਾਲ ਲਿਬੜੇ ਹੋਏ, ਤੇ ਉਹਨਾਂ ਭਾਂਡਿਆਂ ਨੇ ਤੈਨੂੰ ਵੀ ਕਾਲਖ ਲਾ ਹੀ ਦੇਣੀ ਆ। ਉਪਰਾਮ ਹੋ ਜਾ, ਮਤਲਬ ਇਹਨਾਂ ਨਾਲੋਂ ਸਾਈਡ ਤੇ ਹੋ ਜਾ, ਚੰਗਾ ਰਹੇਗਾ।
ਇਹ ਹਾਲ ਕਿਹੋ ਜਿਹਾ ਕਰ ਦਿੰਦੇ ਨੇ? ਕਬੀਰ ਸਾਹਿਬ ਦਾ ਹੀ ਵਚਨ ਆਗਾ। ਕਬੀਰ ਸਾਹਿਬ ਜੀ ਕਹਿੰਦੇ ਨਾ, ਇਹ ਅਜਿਹਾ ਹਾਲ ਕਰ ਦਿੰਦੇ ਨੇ ਭਾਈ, ਜਿਵੇਂ ਕਿ ਇੱਕ ਬੇਰੀ ਤੇ ਇੱਕ ਕੇਲੇ ਦਾ ਸੰਗਾ। ਇੱਕ ਬੇਰੀ ਦਾ ਤੇ ਇੱਕ ਕੇਲੇ ਦਾ ਸੰਗਾ। ਹੁਣ ਕੇਲੇ ਦੀ ਜਿਹੜੀ ਜੀਵਨ ਸ਼ੈਲੀ ਆ, ਜੀਵਨ ਉਹਦਾ ਉਹ ਹੋਰ ਤਰ੍ਹਾਂ ਦਾ, ਤੇ ਜਿਹੜਾ ਬੇਰੀ ਦਾ ਜੀਵਨ ਆ ਉਹ ਹੋਰ ਤਰ੍ਹਾਂ ਦਾ ਗਾ। ਹੁਣ ਹਵਾ ਆਉਂਦੀ ਆ, ਕੇਲਾ ਲਹਿਰਦਾ ਗਾ, ਤੇ ਬੇਰੀ ਦੇ ਕੁੰਡੇ ਪੱਤੇ ਵਾਹਿਗੁਰੂ ਕੁੰਡੇ ਕੰਡੇ ਕੇਲੇ ਦੇ ਪੱਤਰਿਆਂ ਨੂੰ ਚੀਰ ਕੇ ਰੱਖ ਦਿੰਦੇ ਨੇ। ਉਹ ਝੂਲਾ, ਉਹ ਚੀਰੀਆ, ਸਾਕਤ ਸੰਗ ਨਾ ਹੇਰ। ਇਹ ਸਾਕਤਾਂ ਦੇ ਕੋਲੇ ਨਹੀਂ ਜਾਣਾ ਤੈਂ। ਹੁਣ ਅੱਜ ਆਪਾਂ ਅੱਜ ਦੇ ਸ਼ਬਦ ਵਿੱਚੋਂ ਇਸ ਗੱਲ ਨੂੰ ਜ਼ਰੂਰ ਨੋਟ ਕਰਕੇ ਲੈ ਕੇ ਜਾਣਾ, ਅਸੀਂ ਜਿਨ੍ਹਾਂ ਕੋਲ ਜਾਣ ਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਰਜਿਆ, ਉਹਨਾਂ ਕੋਲ ਕਦੇ ਵੀ ਨਹੀਂ ਜਾਣਾ। ਉਹਨਾਂ ਦੇ ਨਾਂ ਆਪਣੀਆਂ ਉਂਗਲਾਂ ਤੇ ਗਿਣ ਲਿਓ ਵੀ ਆਹ ਲੋਕ ਨੇ। ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਗਿਣ ਕੇ ਹਿਰਦੇ 'ਚ ਨੋਟ ਕਰ ਲਿਓ ਬਸ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਇਹ ਉਹ ਲੋਕ ਨੇ ਭਾਈ ਜਿਹੜੇ ਸਿਫਤੀ ਸਾਰ ਨਾ ਜਾਣਨੀ, ਅੱਗੋਂ ਸਦਾ ਵਸੈ ਸ਼ੈਤਾਨ। ਆਪਾਂ ਕਈ ਦਿਨ ਹੋ ਗਏ, ਇੱਕ ਦਿਨ ਵਿਚਾਰ ਕੀਤੀ ਸੀ, ਮਨੁੱਖ ਦੇ ਅੰਦਰ ਦੋ ਪੱਖ ਪੈਦਾ ਹੁੰਦੇ ਨੇ। ਰੱਬੀ ਪਿਆਰਿਆਂ ਦੇ ਅੰਦਰ ਭਗਵਾਨ ਪੈਦਾ ਹੋ ਜਾਂਦਾ, ਤੇ ਰੱਬ ਨਾਲੋਂ ਵਿਛੜੇ ਹੋਏ, ਗੁਰੂ ਨਾਲੋਂ ਟੁੱਟੇ ਹੋਏ, ਕਿਰਤ ਤੋਂ ਭਗੌੜੇ ਹੋਏ ਲੋਕ, ਉਹਨਾਂ ਅੰਦਰ ਸ਼ੈਤਾਨ ਪੈਦਾ ਹੋ ਜਾਂਦਾ। ਦੋਨਾਂ ਦਾ ਵਾਸਾ ਅੰਦਰ ਹੀ ਆ, ਦੋਨਾਂ ਦਾ ਰਹਿਣ ਸਹਿਣ ਅੰਦਰ ਹੀ ਆ। ਆਪਣੀ ਅਵਸਥਾ ਕਿਹੋ ਜਿਹੀ ਆ, ਅਵਸਥਾ ਦੇ ਮੁਤਾਬਕ ਇੱਕ ਉਹ ਜੀਵ ਆ ਜਿਹਦੇ ਅੰਦਰ ਭਗਵਾਨ ਪੈਦਾ ਹੋ ਗਿਆ, ਉਹਦੀ ਨਿਸ਼ਾਨੀ ਕੀ ਆ? ਪ੍ਰਭ ਮਿਲਣਾ। ਕਿ ਇਹ ਨਿਸ਼ਾਨੀ ਮਨ ਏਕੋ ਸੱਚਾ ਸਦਾ ਤ੍ਰਿਪਤਾਸੇ। ਉਹਦਾ ਮਨ ਸੱਚਾ, ਖਿਆਲ ਸੱਚੇ ਆਉਣ ਲੱਗੇ, ਸਦਾ ਤ੍ਰਿਪਤਾਸੇ। ਉਹ ਰੱਜਿਆ ਵਿਆਗਾ, ਉਹ ਭਾਵੇਂ ਭੁੱਖਾ ਹੀ ਹੋਵੇ ਪਰ ਉਹ ਕਦੇ ਨਿਰਾਸ਼ਾਵਾਦੀ ਵਾਲੀ ਗੱਲ ਨਹੀਂ ਕਰਦਾ, ਮਰੂ ਨਹੀਂ ਕਰਦਾਗਾ ਵੀ ਕੀ ਬਣੂ ਕੀ ਨਹੀਂ ਬਣਨਾ। ਉਹ ਭਾਵੇਂ ਜਿੰਨਾ ਮਰਜੀ ਦੁਖੀ ਆ, ਰੱਬ ਤੇ ਟੇਕ ਰੱਖਦਾ, ਭਰੋਸਾ ਰੱਖਦਾਗਾ। ਤੀਜੀ ਗੱਲ, ਉਹ ਭਾਵੇਂ ਆਪ ਭੁੱਖਾ ਹੋਵੇ, ਦੂਜੇ ਦਾ ਢਿੱਡ ਜ਼ਰੂਰ ਭਰ ਦਿੰਦਾ। ਇਹ ਰੱਬ ਦੀ ਮਿਲਣ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਅੰਦਰ ਆ ਗੁਣ ਆ, ਉਹਨਾਂ ਨੂੰ ਰੱਬ ਮਿਲ ਗਿਆ ਬਸ। ਉਹ ਸਿੱਧੇ ਤੌਰ ਤੇ ਨਹੀਂ ਆਊਗਾ ਵੀ ਉਹਦੇ ਕੋਈ ਸੋਹਣੀ ਪੱਗ ਬੰਨੀ ਹੋਣੀ ਆ, ਵਧੀਆ ਚੋਲਾ ਪਾਇਆ ਹੋਣਾਗਾ, ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਲਿਬਾਸ ਪਹਿਨਿਆ ਹੋਊਗਾ। ਉਹ ਸਾਨੂੰ ਸਿੱਧਾ ਡਾਇਰੈਕਟ ਘਰ ਵਿੱਚ ਆ ਕੇ ਮਿਲੂ। ਆਪਣੇ ਜੀਵਨ ਦੇ ਪੱਖ ਨੂੰ ਦੇਖੋ, ਆਪਾਂ ਆਪਣੇ ਜੀਵਨ ਦਾ ਸੁਭਾਅ ਕਿਹੋ ਜਿਹਾ। ਸੁਭਾਅ ਗੁਰੂ ਨਾਲ ਮਿਲਦਾ, ਬਸ ਰੱਬ ਆ ਗਿਆ। ਅੱਛਾ, ਸ਼ੈਤਾਨ ਸ਼ਰਾਬਾਂ ਕਵਾਬਾਂ, ਨਾਚ ਵੇਖਣੇ, ਨਾਚ ਸੁਣਨੇ, ਜਿਵੇਂ ਅੱਜ ਮੈਰਿਜ ਪੈਲਸਾਂ ਦੇ ਵਿੱਚ ਹੁੰਦੇ ਨੇ, ਉਹ ਸ਼ੈਤਾਨ ਵਸਦਾ ਉੱਥੇ। ਉੱਥੋਂ ਦੇ ਲੋਕਾਂ ਵਿੱਚ ਵੀ, ਸਾਡੇ ਵਿੱਚ ਵੀ। ਉੱਥੇ ਕੀ ਸਾਡੇ ਅੰਦਰ ਪੈਦਾ ਹੋ ਜਾਂਦਾ? ਸ਼ੈਤਾਨ। ਫਿਰ ਗੁਰੂ ਸਾਹਿਬ ਜੀ ਕਹਿੰਦੇ ਦੋ ਪੱਖ ਨੇ, ਇੱਕ ਸ਼ੈਤਾਨ ਪੈਦਾ ਹੋਣ ਵਾਲਾ, ਇੱਕ ਭਗਵਾਨ ਪੈਦਾ ਹੋਣ ਵਾਲਾ। ਆਪਾਂ ਕੋਸ਼ਿਸ਼ ਕਰਨੀ ਆ ਸ਼ੈਤਾਨਾਂ ਦੇ ਘਰ ਵਿੱਚ ਜਾ ਕੇ ਵੀ ਭਗਵਾਨ ਤੋਂ ਦੂਰ ਨਾ ਹੋਈਏ। ਫਿਰ ਮੈਂ ਦੁਬਾਰਾ ਇਹੀ ਬੇਨਤੀ ਕਰੂੰਗਾ, ਸ਼ੈਤਾਨ ਦੇ ਘਰ ਵਿੱਚ ਜਾ ਕੇ ਬਾਹਰੀ ਤੌਰ ਤੇ ਕਦੇ ਅਜਿਹੇ ਸੱਜਣਾ ਦੇ ਨਾਲ ਸਰੀਰਕ ਮਿਲਾਪ ਹੋ ਵੀ ਜਾਂਦਾ, ਪਰ ਉਹਨਾਂ ਦੇ ਘਰ ਵਿੱਚ ਜਾ ਕੇ ਵੀ ਸਾਡੇ ਅੰਦਰ ਸ਼ੈਤਾਨ ਨਾ ਪੈਦਾ ਹੋਵੇ। ਉਹ ਕਿਉਂ ਨਹੀਂ ਪੈਦਾ ਹੋਊਗਾ? ਧਿਆਨ ਟੇਕ ਗੁਰੂ ਤੇ ਰੱਖਣੀ ਆ। ਸਰੀਰ ਭਾਵੇਂ ਉਹ ਸ਼ੈਤਾਨਾਂ ਦੇ ਵਿਹੜੇ 'ਚ ਵਗ ਗਿਆ, ਸਰੀਰ ਭਾਵੇਂ ਮੈਰਿਜ ਪੈਲਸ ਵਿੱਚ ਨਚਾਰਾਂ ਕੋਲੇ ਵਗ ਗਿਆ, ਪਰ ਧਿਆਨ ਰੱਬ ਤੇ ਹੋਵੇ, ਫਿਰ ਅੰਦਰ ਸ਼ੈਤਾਨ ਪੈਦਾ ਨਹੀਂ ਹੋਊਗਾ। ਤੇ ਜੇ ਭਗਵਾਨ ਨੂੰ ਪਾਸੇ ਕਰਕੇ ਧਿਆਨ ਸ਼ੈਤਾਨ ਤੇ ਲੈ ਗਏ, ਫਿਰ ਅੰਦਰ ਸ਼ੈਤਾਨ ਪੈਦਾ ਹੋ ਜਾਊਗਾ। ਫਿਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸਿਫਤੀ ਸਾਰ ਨਾ ਜਾਣਨੀ, ਉਹ ਤਾਂ ਅਣਜਾਣ ਹੈ ਹੀ ਹੈ। ਉਹ ਸਿਫਤ ਕਰਿਆਂ ਤੋਂ ਸਾਰ ਨਹੀਂ ਜਾਣਦੇ। ਰੱਬ ਕੀ ਹੈ, ਰੱਬ ਦਾ ਮਿਲਾਪ ਕੀ ਆ, ਸਾਡੀ ਜ਼ਿੰਦਗੀ ਦਾ ਆਉਣ ਦਾ ਮਤਲਬ, ਕਾਰਨ ਕੀ ਆ, ਸਾਨੂੰ ਬਾਰ-ਬਾਰ ਇਹ ਮਨੁੱਖਾ ਦੇਹੀ ਨਹੀਂ ਮਿਲਣੀਗੀ। ਉਹਨਾਂ ਦੇ ਅੰਦਰ ਤਾਂ ਸ਼ੈਤਾਨ ਵਸਦਾ ਭਾਈ, ਤੇ ਸ਼ੈਤਾਨ ਉਹਨਾਂ ਨੂੰ ਜ਼ਿੰਦਗੀ 'ਚ ਕਦੇ ਟਿਕਣ ਨਹੀਂ ਦਿੰਦਾਗਾ। ਅੱਗੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗਧੋਂ ਚੰਦਨ ਖੌਲੀਐ। ਉਦਾਹਰਨ ਕੀ ਦਿੱਤੀ ਆ? ਕਹਿੰਦੇ ਗਧੇ ਦੇ ਨਾ ਚੰਦਨ ਦਾ ਲੇਪ ਕਰ ਦੋ,
ਜਿਹਦੇ ਅੰਦਰ ਸ਼ੈਤਾਨ ਆ ਨਾ, ਉਹ ਕਦੇ ਰੱਬ ਦੀ ਸਿਫਤ ਨਹੀਂ ਸੁਣਦੇਗੇ, ਰੱਬ ਦੀ ਗੱਲ ਨਹੀਂ ਸੁਣਦੇ। ਉਹ ਰੱਬੀ ਪਿਆਰਿਆਂ ਦੇ ਨਾਲ ਮਿਲਾਪ ਨਹੀਂ ਕਰਦੇ, ਉਹ ਸਤ ਸੰਗਤ ਦੇ ਵਿੱਚ ਮਿਲਾਪ ਨਹੀਂ ਕਰਦੇ। ਉਹਨਾਂ ਦਾ ਸੁਭਾਅ ਗਧੋਂ ਚੰਦਨ ਖੌਲੀਐ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਗਧੇ ਤੇ ਨਾ ਚੰਦਨ ਦਾ ਲੇਪ ਕਰ ਦੋ, ਪਰ ਉਹ ਗਧਾ ਜਿਹੜਾ ਹੈ ਨਾ, ਉਹ ਚੰਦਨ ਦੀ ਕਦਰ ਨਹੀਂ ਕਰੂਗਾ। ਕਿਉਂ? ਕਿਉਂਕਿ ਜਦੋਂ ਉਹਦਾ ਰੱਸਾ ਲਾਤਾ ਨਾ, ਉਹਨੇ ਜਾ ਕੇ ਤਾਂ ਭੁੱਬਲ 'ਚ ਹੀ ਲਿਟਣਾਗਾ, ਉਹਨੇ ਜਾ ਕੇ ਤਾਂ ਰੇਤੇ 'ਚ ਹੀ ਲਿਟਣਾਗਾ। ਉਹਨੂੰ ਕੋਈ ਪਰਖ ਨਹੀਂ ਹੈ ਵੀ ਅੱਜ ਤਾਂ ਮੇਰੇ ਤੇ ਚੰਦਨ ਦਾ ਲੇਪ ਕੀਤਾ ਹੋਵੇ, ਮੈਂ ਅੱਜ ਰੇਤਾ ਕਿਉਂ ਮਲਾ ਆਪਣੇ ਤਣ ਤੇ। ਉਹਨੇ ਜਾ ਕੇ ਤਾਂ ਲਿਟਣਾ ਕਿੱਥੇ ਆ? ਰੇਤੇ 'ਚ, ਸਵਾਹ 'ਚ। ਇਵੇਂ ਜਿਵੇਂ ਮਨਮੁਖਾ ਜਿਨ੍ਹਾਂ ਅੰਦਰ ਸ਼ੈਤਾਨ ਪੈਦਾ ਹੋ ਜੇ, ਗੁਰਬਾਣੀ ਚੰਦਨ ਲੇਪ ਆ। ਜਿੰਨਾ ਮਰਜੀ ਗੁਰੂ ਨਾਨਕ ਸਾਹਿਬ ਕਹਿੰਦੇ ਕਰ ਦੋ, ਪਰ ਜਿੰਨਾ ਟਾਈਮ ਉਹ ਨਹੀਂ ਕਹਿੰਦੇ ਨਾ ਵੀ ਹਾਂ ਅਸੀਂ ਇਸ ਲੈਣ ਵੱਲ ਤੁਰਨਾ, ਉਨਾ ਟਾਈਮ ਉਹਨਾਂ ਦੇ ਜੀਵਨ ਵਿੱਚ ਗੁਰਬਾਣੀ ਚੰਦਨ ਦਾ ਲੇਪ ਇੱਕ ਗਧੇ ਵਰਗਾ ਗਾ। ਜਿੰਨਾ ਮਰਜੀ ਕਰ ਦੋ, ਗਧੇ ਨੇ ਰੇਤੇ 'ਚ ਲਿਟਣਾ। ਜਿੰਨਾ ਮਰਜੀ ਸਮਝਾ ਦੋ, ਉਹਨਾਂ ਨੇ ਤਾਂ ਜਾ ਕੇ ਚੁਗਲੀਆਂ, ਨਿੰਦਾ, ਸ਼ਰਾਬਾਂ, ਕਬਾਬਾਂ, ਨਾਚ, ਗੰਦੇ ਕੰਮ ਕਰਨੇ ਹੀ ਕਰਨੇ ਨੇ। ਆਨੰਦ ਕਾਰਜਾਂ ਵੇਲੇ ਆਪਾਂ ਵੀ ਲੇਪ ਥੋੜਾ ਜਿਹਾ 15-20 ਮਿੰਟ ਕਰਾ ਜਾਂਦੇ ਹੁੰਦੇ ਆ। ਖਰੀ ਜੀ ਗੱਲ ਆ ਕਿ ਦੇਖ ਲਓ 15 ਕੁ ਮਿੰਟ, 20 ਕੁ ਮਿੰਟ, ਅੱਧਾ ਘੰਟਾ ਲਾ ਲਓ। ਵੈਸੇ ਤਾਂ ਪਹਿਲਾਂ ਕੰਡੀਸ਼ਨ ਇਹ ਹੁੰਦੀ ਹੈ ਬਾਬਾ ਮਿੰਟ 5 ਹੀ ਲਾਈ। ਚਲੋ ਗੁਰੂ ਕਿਰਪਾ ਕਰੇ ਕਦੇ ਨਾ ਲਫ਼ਜ਼ ਵਰਤੋਂ ਵੀ 5 ਮਿੰਟ ਲਾਓ, ਫਿਰ ਰਿਸ਼ਤਾ ਟੁੱਟਦਿਆਂ ਨੂੰ ਵੀ ਮਿੰਟ 5 ਹੀ ਲੱਗਦੇ ਹੁੰਦੇ ਨੇ। ਜੇ ਕਹਿਤਾ ਨਾ ਗੁਰੂ ਕੋਲ ਆ ਕੇ 5 ਮਿੰਟ ਹੀ ਲਾਈ, ਬਸ 5 ਦਾ ਸੰਕੇਤ ਹੀ ਮੰਨ ਲਓ ਵੀ ਰਿਸ਼ਤਾ ਟੁੱਟਦਿਆਂ ਵੀ ਥੋੜਾ ਟਾਈਮ ਹੀ ਲੱਗੂ। ਫਿਰ ਕਿੱਥੇ ਕਹਿਣਾ ਵੀ 2 ਘੰਟੇ 4 ਘੰਟੇ, ਜਿੰਨਾ ਵਕਤ ਵੱਧ ਗੁਜ਼ਰੂ ਤੂੰ ਲਾ। ਅਸੀਂ ਵਿਹਲੇ ਆ, ਕੋਈ ਗੱਲ ਨਹੀਂ, ਅਸੀਂ ਇਸੇ ਕੰਮ ਤੇ ਆ, ਹੋਰ ਕਿਹੜਾ ਅਸੀਂ ਕਰਨਾ ਕੁਛ। ਪਰ ਨਹੀਂ, ਸਾਡੀ ਸ਼ਬਦਾਵਲੀ ਉਹ ਅੱਜ ਬਦਲ ਗਈ। ਮੇਰੇ ਕਹਿਣ ਤੋਂ ਮੁਰਾਦ 15-20 ਮਿੰਟਾਂ ਦਾ ਲੇਪ ਤਾਂ ਅਸੀਂ ਵੀ ਰਾਗੀ ਢਾਡੀ ਗ੍ਰੰਥੀਆਂ ਤੋਂ ਕਰਵਾ ਜਾਂਦੇ ਆ, ਪਰ 15 ਮਿੰਟਾਂ ਬਾਅਦ ਜਾ ਕੇ ਸਵਾਹ 'ਚ ਸਟੇਜ ਤੇ ਫੇਰ ਲਿਟਣ ਲੱਗ ਜਾਂਦੇ ਆ। ਜਿਹੜੀ ਦਸਤਾਰ ਦੀ ਕਦਰ ਕਿੰਨੀ ਆ ਨਾ, ਉਹ ਆਪਣਾ ਇੱਕ ਵੀਰ ਆ, ਉਹਨੇ ਗਾਣਾ ਵੀ ਗਾਇਆ ਵੀ ਇਹਦੀ ਜਿਹੜੀ ਕਦਰ ਆ ਨਾ, ਬਹੁਤ ਮਹਿੰਗੀ ਕਦਰ, ਬਹੁਤ ਮਹਿੰਗੇ ਭਾਅ ਦੇ ਵਿੱਚ ਮਿਲੀ ਵੀ ਆ। ਇੱਥੇ 10 ਮਿੰਟ ਦਾ ਮੂੰਹ ਦਿਖਾਉਣ ਦੇ ਲਈ ਆ ਜਾਂਦੇ ਆ, ਤੇ ਉਦੋਂ ਬਾਅਦ ਕਿੱਥੇ ਜਾਂਦੀ ਹੈ ਗੌਰ ਕਰਕੇ ਵੇਖੋ। ਐ ਨਹੀਂ ਪਤਾ ਕਿਹੜੀ ਸ਼ਰਾਬ ਦੀ ਬੋਤਲ ਕੋਲੇ ਪਈ ਹੋਊਗੀ, ਉਹੀ ਦਸਤਾਰ। ਫਿਰ ਇਹਦਾ ਮਤਲਬ ਤਾਂ ਮੰਨਣਾ ਪਊ ਵੀ ਅਸੀਂ ਕਿਉਂ ਬੰਨੀ ਆ। ਇਹਦੇ ਪਿੱਛੇ ਤਾਂ ਸ਼ੈਤਾਨਾਂ ਵਾਲੀ ਭਾਵਨਾ, ਪਿਆਰ ਨਹੀਂ ਹੈ, ਸ਼ੈਤਾਨੀਅਤ ਆ ਸਾਡੇ ਜੀਵਨ ਵਿੱਚ। ਚਲੋ ਨਾਲ ਆਪਾਂ ਥੋੜਾ ਸਾਈਡ ਤੇ ਵਾਗੇ ਸੀ। ਮਾਫੀ ਚਾਹੁੰਦੇ ਆ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਇਹ ਜਿਹੜੇ ਸ਼ੈਤਾਨ ਲੋਕ ਹੁੰਦੇ ਆ ਨਾ, ਜਿਨ੍ਹਾਂ ਦੇ ਅੰਦਰ ਸ਼ੈਤਾਨ ਵਸਦਾ ਗਾ, ਤੇ ਉਹ ਤਾਂ ਆਪਣੀ ਜ਼ਿੰਦਗੀ 'ਚ ਬਣਾਉਟੀ ਲੇਪ ਕਰਵਾਈ ਲੈਂਦੇ ਨੇ, ਤੇ ਜਿਨ੍ਹਾਂ ਅੰਦਰ ਭਗਵਾਨ ਵਸਦਾ ਗਾ ਉਹਨਾਂ ਦੀ ਭਾਵਨਾ ਕੁਛ ਹੋਰ ਹੁੰਦੀ ਆ। ਉਹ ਭਾਈ ਲਾਲੋ ਦੇ ਵਾਰਸ ਨੇ, ਮਰਦਾਨੇ ਦੇ ਵਾਰਸ ਨੇ, ਉਹ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਵਾਰਸ ਨੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸ ਨੇ। ਵਾਰਸ ਤਾਂ ਆਪਾਂ ਸਾਰੇ ਹੀ ਆ, ਪਰ ਵਾਰਸ ਬਣ ਕੇ ਨਹੀਂ ਵੇਖਿਆ ਕਦੇ। ਚਲੋ ਵਾਹਿਗੁਰੂ ਭਲਾ ਕਰੇ। ਤੁਸੀਂ ਸਾਰੇ ਬੜੇ ਸਮਝਦਾਰ, ਸਿਆਣੇ ਹੋ, ਸਤਿਕਾਰਯੋਗ ਹੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਉਹ ਲੋਕ ਨੇ ਭਾਈ ਜਿਨ੍ਹਾਂ ਦੇ ਜੀਵਨ 'ਚ ਗਧੇ ਤੇ ਲੇਪ ਕੀਤਾ ਸੀ ਚੰਦਨ ਦਾ, ਉਹ ਚੰਦਰਾ ਜਾ ਕੇ ਸਵਾਹ 'ਚ ਲਿਟਣ ਲੱਗ ਗਿਆ, ਉਹਨੇ ਕਦਰ ਨਹੀਂ ਕੀਤੀ। ਜਿਵੇਂ ਭਾਈ ਗੁਰਦਾਸ ਨੇ ਕਿਹਾ ਨਾ, ਕਹਿੰਦੇ ਬਾਂਦਰ ਦੀ ਗੱਲ, ਮਾਣਕ ਵੰਡ ਦਿੱਤਾ, ਹੀਰਾ ਵੰਡ ਦਿੱਤਾ, ਉਹਨੂੰ ਕੋਈ ਕਦਰ ਨਹੀਂ, ਉਹ ਭੱਜਿਆ ਫਿਰਦਾ ਟਪੂਸੀਆਂ ਮਾਰਦਾ। ਤੇ ਉਹੀ ਹੀਰਾ ਕਿਸੇ ਸ਼ਹਿਨਸ਼ਾਹ, ਰਾਜੇ ਮਹਾਰਾਜੇ ਦੇ ਦਸਤਾਰ 'ਚ, ਤਾਜ ਵਿੱਚ ਜੜਿਆ ਜਾਵੇ, ਤੇ ਉਹਦੀ ਜ਼ਿੰਦਗੀ ਦਾ ਇੱਕ ਇਉਂ ਮੰਨ ਲਓ ਵਿਸ਼ੇਸ਼ ਦਿਨ ਹੁੰਦਾ ਜਿਹੜਾ ਹੀਰਾ ਉਹਦੇ ਸਿਰ ਤੇ, ਤਾਜ ਤੇ, ਉਹਦੀ ਦਸਤਾਰ ਤੇ ਸਜਿਆਗਾ, ਉਹ ਮੁੱਲ ਜਾਣਦਾਗਾ। ਇਵੇਂ ਜਿਵੇਂ ਆਹੀ ਗੁਰਬਾਣੀ ਦਾ ਲੇਪ ਰੱਬੀ ਪਿਆਰਿਆਂ ਦੇ ਦਿਮਾਗ 'ਚ ਹੋ ਜਾਵੇ ਤਾਂ ਉਹਨਾਂ ਲਈ ਕੀਮਤੀ ਆ, ਸ਼ੈਤਾਨਾਂ ਨੂੰ ਸੁਣਾਇਆ ਜਾਵੇ ਉਹਨਾਂ ਲਈ ਕੀਮਤੀ ਨਹੀਂ ਹੈ। ਤਾਈਓ ਗੁਰੂ ਨੇ ਕਿਹਾ ਬਿਨ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ। ਕਹਿੰਦੇ ਬਿਨਾਂ ਗਾਹਕਾਂ ਤੋਂ ਗੁਣ ਨਾ ਵੇਚੀ, ਕੋਈ ਫਾਇਦਾ ਨਹੀਂ ਹੈ। ਜੇ ਗਾਹਕ ਹੋਣਗੇ ਨਾ ਫੇਰ ਹੀ ਤੂੰ ਸਬਜ਼ੀ ਰੱਖੀ ਆਪਣੀ। ਆ ਭਾਈ ਮੈਂ ਗੋਭੀ ਲਿਆਇਆਗਾ, ਮੈਂ ਆਲੂ ਲੈ ਕੇ ਆਇਆ, ਗਾਜਰਾਂ ਲੈ ਕੇ ਆਇਆ। ਜੇ ਗਾਹਕ ਨੇ ਤਾਂ, ਜੇ ਗਾਹਕ ਹੀ ਨਹੀਂ ਚੱਕ ਕੇ ਲੈ ਜਾ ਆਪਦੀ, ਇੱਥੇ ਤੇਰੀ ਵਿਕਣੀ ਨਹੀਂ ਇਹ। ਜੇ ਗਾਹਕ ਆ ਨਾ ਗੁਰਬਾਣੀ ਦੇ, ਫੇਰ ਹੀ ਆਪਾਂ ਰੋਜ਼ ਕਥਾ ਕਰਦੇ ਆ। ਜੇ ਤੁਸੀਂ ਹੋਵੋ ਹੀ ਨਾ, ਆ ਗੁਰਦੁਆਰਿਆਂ ਦਾ ਹਾਲ ਹੀ ਆ ਨਾ। ਇੱਕ ਵੀਰ ਮੈਨੂੰ ਦੱਸਣ ਲੱਗ ਗਿਆ, ਕਹਿੰਦਾ ਤੜਕੇ ਸਾਡੇ ਸੁਬਾਹ ਨਾ ਕਦੇ ਕਦੇ ਤਾਂ ਕਹਿੰਦਾ ਚੌਰ ਕਰਨ ਵਾਲਾ ਵੀ ਨਹੀਂ ਹੁੰਦਾ। ਆਪਣੇ ਨੇੜੇ ਪਿੰਡ ਹੈਗਾ, ਚੌਰ ਸਾਹਿਬ ਕਰਨ ਵਾਲਾ ਵੀ ਹੁੰਦਾ ਹੀ ਨਹੀਂ, ਕੱਲਾ ਗ੍ਰੰਥ ਵੀ ਹੁੰਦਾ ਹੈਗਾ। ਆਹ ਸਾਡੀ ਕੰਡੀਸ਼ਨ, ਉੱਥੇ ਗਾਹਕ ਹੀ ਨਹੀਂ ਕੋਈ। ਤੇ ਸ਼ੁਕਰ ਆ ਰੱਬ ਦਾ ਵੀ ਆਪਾਂ ਗਾਹਕ ਬਣ ਕੇ ਗੁਰੂ ਕੋਲੇ ਕੁਛ ਲੈਣ ਆਉਨੇ ਆ, ਜ਼ਰੂਰ ਆਈਏ।
ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਨਾ, ਗਦਹੋਂ ਚੰਦਨ ਖੌਲੀਐ ਭੀ ਸਾਹੂ ਸਿਉ ਪਾਣ। ਉਹਨਾਂ ਦੀ ਜ਼ਿੰਦਗੀ ਤਾਂ ਭਾਈ ਗਧੇ ਵਰਗੀ ਆ, ਉਹ ਕਦਰ ਨਹੀਂ ਜਾਣਦੇਗੇ। ਅੱਗੇ ਪਾਤਸ਼ਾਹ ਜੀ ਕਹਿੰਦੇ, ਨਾਨਕ ਕੂੜੈ ਕੱਤਿਐ, ਕੂੜੈ ਤਣੀਐ ਤਾਣ। ਕਹਿੰਦੇ ਫਿਰ ਜਿਹੋ ਜਿਹਾ ਕੂੜਾ ਉਹ ਕੱਤਦੇ ਆ ਨਾ, ਤੇ ਉਹੋ ਜਿਹਾ ਉਹਨਾਂ ਦੀ ਸਿਫਤ ਕਰਨ ਵਾਲੇ ਉਹਨਾਂ ਦੇ ਘਰ ਪਹੁੰਚ ਜਾਂਦੇ ਨੇ। ਸਿਫਤ ਕਰਨ ਵਾਲੇ ਕਿਹੜੇ ਪਹੁੰਚਦੇ ਨੇ? ਮੰਨ ਲਓ ਉਦਾਹਰਨ ਦੇਖੋ, ਬੁਰਾ ਨਾ ਮਨਾਇਓ। ਮੰਨ ਲਓ ਕੂੜਾ ਕੱਤਣਾ ਆਪਾਂ, ਊਈ ਮਿੱਚੀ ਦੀ ਪੱਗ ਬੰਨ੍ਹ ਲਈ, ਊਈ ਮਿੱਚੀ ਦਾ ਬੰਦਾ ਪਹੁੰਚ ਗਿਆ, ਊਈ ਮਿੱਚੀ ਦਾ, ਉਹਨੇ ਆ ਕੇ ਸਿਫਤ ਕਰਨੀ ਸ਼ੁਰੂ ਕਰਤੀ। ਬੜਾ ਹੀ ਸੋਹਣਾ ਲੱਗਦਾ, ਸਿਰੇ ਹੀ ਲੱਗਦਾ, ਬੜਾ ਵਧੀਆ। ਕੱਚਾ ਨਾਚ ਹੋ ਰਿਹਾ ਗਾ, ਤੇ ਨਾਚ ਵੇਖਣ ਵਾਲੇ ਪਹੁੰਚ ਗਏ, ਬਾਈ ਸਿਰੇ ਹੀ ਲਾਤਾ ਯਾਰ, ਸਾਨੂੰ ਦੱਸ ਨਾ ਕਿੱਥੋਂ ਜੋ ਕਰਾ ਕੇ ਲੈਂਦੇ ਸੀ। ਸ਼ਰਾਬ ਚੱਲਦੀ ਆ, ਤੇ ਉਹ ਜਿਹੇ ਸ਼ਰਾਬ ਨੂੰ ਪੀਣ ਵਾਲੇ ਸਲਾਹੁਣ ਵਾਲੇ ਆ ਗਏ। ਉਹ ਕੂੜ ਦਾ ਤਾਣਾ ਹੀ ਤਣ ਰਹੇ ਨੇ, ਅਸਲੀਅਤ ਹੈ ਨਹੀਂ ਉਹਨਾਂ 'ਚ। ਕੂੜਾ ਤਾਣ ਰਹੇ ਨੇ, ਤੇ ਕੂੜੇ ਨੂੰ ਸਲਾਹੁਣ ਵਾਲੇ ਕੂੜੇ ਲੋਕ ਉਹਨਾਂ ਕੋਲੇ ਪਹੁੰਚ ਰਹੇ ਨੇ। ਪਾਤਸ਼ਾਹ ਨੇ ਲਿਖਿਆ ਨਾ, ਨਾਨਕ ਕੂੜੈ ਕੱਤਿਐ। ਸੱਚ ਦਾ ਕੱਤਣ ਨਹੀਂ ਕੱਤਿਆ ਇੱਥੇ ਕੂੜੇ ਹੀ ਕੱਤਿਆ, ਤੇ ਕੂੜੇ ਨੂੰ ਸਲਾਹੁਣ ਵਾਲੇ ਪਹੁੰਚ ਗਏ। ਹੁਣ ਕੋਈ ਨਹੀਂ ਕਹਿੰਦਾ, ਗੁਰਬਾਣੀ ਮਿੱਠੀ ਹੈ, ਕਹਿੰਦੇ ਛੇਤੀ ਨਿਬੇੜੋ ਪਰੇ ਕੰਮ। ਕੂੜੈ ਕੱਤਿਐ ਕੂੜਾ ਤਣੀਐ ਤਾਣ, ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ। ਫੋਕੀ ਵਡਿਆਈ, ਫੋਕੀ ਸਿਫਤ, ਕੁਛ ਨਹੀਂ ਨਿਕਲਿਆ ਉਹਦੇ ਵਿੱਚੋਂ। ਬਸ ਗੁਰੂ ਸਾਹਿਬ ਕਹਿੰਦੇ ਸਿਫਤ ਕਰਨੀ ਹੈ ਨਾ, ਤੇ ਸਾਨੂੰ ਗੁਰੂ ਸਿਫਤ ਕਰਨੀ ਵੀ ਦੱਸਦਾਗਾ। ਤੇ ਜਿਨ੍ਹਾਂ ਨੇ ਸਿਫਤ ਕੀਤੀ, ਤੇ ਗੁਰੂ ਨੇ ਉਹਨਾਂ ਤੋਂ ਕੁਛ ਨਹੀਂ ਲੁਕੋ ਕੇ ਰੱਖਿਆਗਾ। ਥੋੜਾ ਧਿਆਨ ਮਾਰਿਓ ਵੀ ਇਸ ਗੱਲ 'ਚ ਆਪਾਂ ਲਫ਼ਜ਼ ਵਰਤੇ ਨੇ, ਜਿਨ੍ਹਾਂ ਨੇ ਰੱਬ ਦੀ, ਗੁਰੂ ਦੀ ਸਿਫਤ ਸੁਣੀ ਜਾਂ ਸਿਫਤ ਕੀਤੀ, ਉਹਨਾਂ ਤੋਂ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਕੁਝ ਨਹੀਂ ਲੁਕੋ ਕੇ ਰੱਖਿਆ। ਕੁਝ ਨਹੀਂ ਤੋਂ ਭਾਵ ਕੀ ਆ, ਉਹਨਾਂ ਤੇ ਬਖਸ਼ਿਸ਼ ਕੀ ਹੋਈ ਆ। ਰੋਜ਼ ਬਾਣੀ ਵਿੱਚ ਪੜ੍ਹਦੇ ਨਾ ਆਪਾਂ, ਸੁਬਾਹ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਤੁਸੀਂ ਵੀ ਕਰਕੇ ਆਉਣੇ ਜਾਂ ਸੁਣਦੇ ਆ ਆਪਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹੜੇ ਰੱਬ ਦੀ ਵਡਿਆਈ ਕਰਦੇ ਨੇ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਆ, ਜਿਸ ਨੂੰ ਜਿਨ੍ਹਾਂ ਤੇ ਬਖਸ਼ੇ, ਬਖਸ਼ਿਸ਼ ਹੋ ਗਈ, ਸਿਫਤ ਸਲਾਹ, ਉਹਨਾਂ ਤੇ ਬਖਸ਼ਿਸ਼ ਕਿਹੜੀ ਆ, ਉਹਨਾਂ ਨੂੰ ਦਿੱਤਾ ਕੀ ਆ। ਇਹ ਨਹੀਂ ਵੀ ਉਹਨਾਂ ਦੇ ਘੋੜੇ ਚੱਲਣ ਲੱਗ ਗਏ, ਇਹ ਖਿਆਲ ਨਾ ਬਣਾਇਓ। ਚਲੋ ਜੇ ਆਪਾਂ ਮਿਹਨਤ ਕਰਾਂਗੇ, ਦੱਬ ਕੇ ਬਾਹਰ ਅੱਜ ਕੇ ਖਾਓ ਵੀ ਚੱਲ ਪੈਣਗੇ, ਕੋਈ ਵੱਡੀ ਗੱਲ ਨਹੀਂ। ਜੋ ਸੋਚਾਂਗੇ ਉਹ ਮਿਲੂਗਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹ ਦੇਊਗਾ। ਐਸੀ ਗੱਲ ਨਹੀਂ ਵੀ ਨਹੀਂ ਮਿਲਦਾ, ਪਰ ਇੱਥੇ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਆ ਨਾ, ਉਹ ਆ ਕਿਹੜੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਸਿੱਖ ਨੂੰ ਆਪ ਦਾ ਰੂਪ ਬਣਾ ਲੈਂਦਾ, ਗੁਰੂ ਸਿੱਖ ਨੂੰ ਆਪ ਦਾ ਰੂਪ ਬਣਾ ਲੈਂਦਾ, ਇਹ ਗੁਰੂ ਬਖਸ਼ਿਸ਼ ਕਰਦਾ ਗਾ। ਹੁਣ ਦੇਖੋ ਆਪਾਂ ਗੁਰੂ ਵਰਗੇ ਬਣ ਕੇ ਫਿਰ ਆਪਾਂ ਹੋਰ ਰੱਬੋਂ ਕੀ ਭਾਲਦੇ ਆ। ਗੁਰੂ ਵਰਗੀ ਬਣ ਗਏ ਆਪਾਂ, ਫਿਰ ਆਪਾਂ ਨੂੰ ਹੋਰ ਕੀ ਚਾਹੀਦਾ। ਬਾਦਸ਼ਾਹ ਵਰਗੇ ਬਣਾਂਗੇ, ਵਧੀਆਂ ਕਰਾਂਗੇ, ਚੋਰਾਂ ਨਾਲ ਰਲਾਂਗੇ, ਚੋਰ ਬਣਾਂਗੇ, ਗਾਲਾਂ ਪੈਣਗੀਆਂ, ਕੁੱਟ ਪਊ, ਛਿੱਤਰ ਪੈਣਗੇ, ਬਦਨਾਮੀ ਹੋ। ਯਾਰਾਂ ਨਾਲ ਮਿਲਾਂਗੇ, ਉਹੋ ਜਿਹੀਆਂ ਬਦਨਾਮੀਆਂ ਹੋਣਗੀਆਂ। ਰੰਡੇ ਰੰਡੀਆਂ ਨਾਲ ਮਿਲਾਂਗੇ, ਉਹੋ ਜਿਹੀਆਂ ਬਦਨਾਮੀਆਂ ਹੋਣਗੀਆਂ। ਅੱਗੇ ਕੁੱਟਣੀਆਂ ਕਿਹਾ, ਕੁੱਟਣੀਆਂ ਮੀਨਜ ਦੱਲੇ ਜਾਂ ਦੱਲੀਆਂ, ਉਹਨਾਂ ਨਾਲ ਮਿਲਾਂਗੇ, ਉਹੋ ਜਿਹੀ ਬਦਨਾਮੀ ਹੋ। ਫਿਰ ਮਿਲਣਾ ਕਿਹਨੂੰ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਆਪਾਂ ਪਾਤਸ਼ਾਹ ਬਣਨਾਗਾ, ਆਪਾਂ ਉਹ ਨਹੀਂ ਬਣਨਾਗਾ। ਮੈਂ ਫਿਰ ਦੁਬਾਰਾ ਰਿਪੀਟ ਕਰਦਾ, ਪਿਛਲਾ ਪੱਖ ਕਈ ਵਾਰ ਇਦਾਂ ਭੁਲੇਖਾ ਪੈ ਜਾਂਦਾ ਵੀ ਲਫ਼ਜ਼ ਕੀ ਵਰਤੇ ਜਾ ਰਹੇ ਨੇ, ਕੀ ਬੋਲਿਆ ਜਾ ਰਿਹਾ। ਮੈਂ ਦੁਬਾਰਾ ਬੋਲ ਰਿਹਾ ਕਿਉਂਕਿ ਇਸ ਗੱਲ ਦਾ ਡਰ ਆ ਵੀ ਕਈ ਵਾਰ ਬਿਨਾਂ ਸੋਚੇ ਬਿਨਾਂ ਸਮਝੇ ਅਸੀਂ ਐਕਸ਼ਨ ਲੈ ਲੈਂਦੇ ਆ ਵੀ ਗਲਤ ਬੋਲਤਾ ਹੈ। ਨਹੀਂ, ਗਲਤ ਨਹੀਂ ਬੋਲਿਆ। ਸੁਣੋ, ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਬੇਦੀਨਾ ਕੀ ਦੋਸਤੀ, ਬੇਦੀਨਾ ਕੀ ਖਾਨ। ਗਦਹੋਂ ਚੰਦਨ ਖੌਲੀਐ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਗਦਹੋਂ ਚੰਦਨ ਖੌਲੀਐ ਭੀ ਸਾਹੂ ਸਿਉ ਤਾਣ। ਫਿਰ ਲਫ਼ਜ਼ ਵਰਤਿਆ ਨਾਨਕ ਕੂੜਾ ਕੱਤੀਐ ਕੂੜਾ ਤਣੀਐ ਤਾਣ, ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ। ਉਹ ਕੂੜ ਦੇ ਆਸ਼ਕ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਆ 4-5 ਪੁਆਇੰਟਾਂ ਨਾਲ ਜੁੜਦਾਗਾ। ਉਹ ਮੈਂ ਬੋਲਤਾ, ਉਹਨਾਂ ਨੂੰ ਤੁਸੀਂ ਆਪਣੀ ਹਿਰਦੇ ਦੀ ਡਾਇਰੀ ਤੇ ਨੋਟ ਕਰ ਲਿਓ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਮਹੱਲਾ ਪਹਿਲਾ, ਬਾਗਾਂ। ਵਾਗਾਂ ਅੱਗੇ ਲਿਖਿਆ ਵੁਰਗਾਂ, ਸਿੰਘੀਆਂ। ਪਾਤਸ਼ਾਹ ਜੀ ਫਿਰ ਕਹਿੰਦੇ ਨੇ ਨਾਲੇ ਮਿਲੀ ਕਲਾਣ, ਨਾਲੇ ਮਿਲੀ ਕਲਾਣ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਮੁੱਲਾ ਵਾਂਗ ਦੇ ਕੇ। ਇੱਥੇ ਨਹੀਂ ਵੀ ਇਕੱਲੇ ਲੋਕਾਂ ਨੂੰ, ਸੰਗਤ ਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ। ਹੁਣ ਮੇਰੇ ਵਰਗੇ
ਅਗਲੇ ਤੁਕ ਦੇ ਵਿੱਚ ਨਾ, ਅਗਲੇ ਬੰਦ ਦੇ ਵਿੱਚ ਮੇਰੇ ਵਰਗੇ ਬਾਬਿਆਂ ਦੀ ਗੱਲ ਵੀ ਚੱਲ ਪਈ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਦੁਨੀਆ ਦਾ ਉਹ ਮਹਾਨ ਵਿਅਕਤੀ ਆ ਜਿਹਨੂੰ ਜਿੱਥੇ ਲਫ਼ਜ਼ਾਂ ਦੀ ਲੋੜ ਪਈ ਉੱਥੇ ਉਹਨੇ ਵਰਤੇ ਨੇ। ਪੱਖ ਨਹੀਂ ਦੇਖਿਆ ਵੀ ਮੇਰੀ ਪਾਰਟੀ ਦਾ ਬੰਦਾ ਰਹਿਣ ਦੇ, ਇਹਨੂੰ ਨਹੀਂ ਕੁਛ ਕਹਿਣਾ ਆਪਾਂ, ਇਹ ਮੇਰੇ ਨਾਲੋਂ ਅਮੀਰ ਆ, ਇਹਨੂੰ ਨਹੀਂ ਕੁਛ ਕਹਿਣਾ ਆਪਾਂ, ਇਹ ਵੱਡਾ ਮੰਤਰੀ ਸ਼ੰਤਰੀ ਆ, ਇਹਨੂੰ ਨਹੀਂ ਕੁਛ ਕਹਿਣਾ ਆਪਾਂ। ਨਾ, ਜਿੱਥੇ ਜਿਹੜੇ ਲਫ਼ਜ਼ ਵਰਤਣ ਦੀ ਲੋੜ ਪਈ ਨਾਨਕ ਨੇ ਉਹੀ ਵਰਤੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਪਹਿਲਾ ਸਵਾਲ ਆ ਇੱਕ ਬੱਚਿਆਂ ਨੂੰ, ਆਪਾਂ ਹੀ ਬੱਚੇ ਆ, ਆਪਾਂ ਵੀ ਗੁਰੂ ਨਾਨਕ ਦੇ ਘਰ ਦੇ ਵਿਦਿਆਰਥੀ ਆ ਨਾ। ਪਹਿਲਾ ਸਵਾਲ ਕੀ ਆ? ਗੁਰੂ ਨਾਨਕ ਸਾਹਿਬ ਦਾ ਤੇ ਆਮ ਲੋਕਾਂ ਦਾ ਆਪਸ ਵਿੱਚ ਫਰਕ ਕੀ ਆ? ਸਿਰਫ ਵਿਚਾਰਧਾਰਾ ਦਾ। ਉੱਤਰ ਕੀ ਆ? ਵਿਚਾਰਧਾਰਾ। ਵਿਚਾਰ ਕਿਹੜੀ ਆ? ਗੁਰੂ ਨਾਨਕ ਨੇ ਉਹ ਲਫ਼ਜ਼ ਜਿਹੜੇ ਜਿੱਥੇ ਵਰਤਣ ਦੀ ਲੋੜ ਸੀ ਉੱਥੇ ਵਰਤ ਲਏ। ਹੁਣ ਇੱਥੇ ਕਾਜੀ ਨੂੰ ਵੀ ਕਹਿ ਦਿੱਤਾ, ਕਾਜੀ ਮੀਨਜ ਪੁਜਾਰੀ, ਉਹ ਚਾਹੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ, ਚਾਹੇ ਮੰਦਿਰ ਦਾ ਪੁਜਾਰੀ ਆ, ਚਾਹੇ ਮਸੀਤ ਦਾ ਕਾਜੀ ਆ। ਤਿੰਨਾਂ ਦੀ ਗੱਲ ਆ ਗਈ। ਤਿੰਨਾਂ ਨਾਲ ਲਾ ਲਓ, ਹੋਰ ਲਾ ਲਓ, ਕੋਈ ਚਾਹੇ ਪਾਸਟਰ ਮਾਸਟਰ ਅੱਜ ਯਿਸੂ ਮਿਸੂ ਵਾਲੇ ਜਿਨ੍ਹਾਂ ਨੇ ਸਾਡੀ ਲੋਕਾਂ ਦਾ ਦਿਮਾਗ ਹਿਲਾ ਕੇ ਰੱਖਤਾ, ਇਹ ਵੀ ਨਾਲ ਕਹਿਣਾ ਪਊ। ਗਰੰਟੀ ਆ ਭਾਈ ਇਹ ਲੋਕਾਂ ਦਾ ਦਿਮਾਗ ਹਿਲਾਉਂਦੇ ਨੇ, ਬਚ ਜਾਓ ਇਹਨਾਂ ਤੋਂ ਜੀ ਬਚੀਦਾ, ਐਵੇਂ ਨਾ ਜਾਓ ਇਹਨਾਂ ਦੇ ਪਿੱਛੇ। ਕੁਛ ਨਹੀਂ ਧਰਿਆਗਾ, ਬਿਲਕੁਲ ਡੱਕਾ ਨਹੀਂ ਹੈ ਕਿਤੇ, ਅਸਲ ਵਿੱਚ ਤਾਂ ਕਿਤੇ ਹੀ ਨਾ ਜਾਓ, ਕੇਵਲ ਗੁਰੂ ਕੋਲੇ ਆਓ, ਬਸ ਇੰਨੀ ਕਾਫੀ ਆ। ਇਹਨਾਂ ਪੱਲੇ ਕੁਛ ਨਹੀਂ ਹੈ। ਸਾਡੀਆਂ ਭਾਵਨਾਵਾਂ ਹੁੰਦੀਆਂ ਸਾਡੇ ਘਰ ਦਾ ਰੰਗ ਬਦਲ ਜੂ, ਕਾਹਨੂੰ ਬਦਲਣਾਗਾ, ਰੰਗ ਹੋਰ ਹੀ ਚੜੂ, ਕੋਈ ਇਹ ਤਾਂ ਹੋਰ ਹੀ ਕੁਛ ਹੋ ਜਾਊਗਾ। ਬਚੋ ਬਸ, ਕਿਸੇ ਪਿੱਛੇ ਨਾ ਲੱਗੋ, ਗੁਰੂ ਪਿੱਛੇ ਲੱਗੋ, ਗੁਰੂ ਦੀ ਮੱਤ ਅਪਣਾਓ। ਇੱਥੇ ਨਾਨਕ ਕਹਿੰਦਾਗਾ, ਵਾਂਗਾ ਬੁਰਗਾਂ ਸਿੰਘੀਆਂ ਨਾਲੇ ਮਿਲੀ ਕਲਾਨ। ਕਾਜੀ ਮਸੀਤ ਵਿੱਚ ਵਾਂਗ ਦਿੰਦਾ ਨਾ, ਉਹਦੀ ਵਾਂਗ ਮੁੱਲ ਦੀ ਆ। ਮੁੱਲ ਦੀ ਤੋਂ ਭਾਵ ਉਹ ਕੇਵਲ ਤੇ ਕੇਵਲ ਆਪਣੀ ਤੂਤੀ ਵਜਾ ਰਿਹਾ। ਮਾਫ ਕਰਨਾ, ਆਹ ਧਰਮੀ ਬੰਦੇ ਨੂੰ ਆਪਾਂ ਨਹੀਂ ਕਹਿੰਦੇਗੇ। ਕਿਸੇ ਬੰਦੇ ਦੇ ਵਿੱਚ ਨਾ ਆਪਾਂ ਨੂੰ ਔਗਣ ਲੱਗੇ ਵੀ ਇਹਦੇ ਚ ਆਹ ਔਗਣ ਆ, ਪਰ ਉਹਦੇ ਤੇ ਲਿਬਾਸ ਧਰਮੀਆਂ ਵਾਲਾ ਪਹਿਨਿਆ ਪਿਆ, ਆਪਾਂ ਡਰਾਂਗੇ ਨਹੀਂ ਯਾਰ। ਜੇ ਕਿਤੇ ਪੁੱਠਾ ਆਪਾਂ ਨੂੰ ਬੋਲਤਾ ਕੀ ਬਣੂ? ਬਾਬਾ ਨਾਨਕ ਕਹਿੰਦਾ ਭਾਵੇਂ 100 ਕਾਜੀ ਇਕੱਠਾ ਹੋ ਕੇ, 1000 ਕਾਜੀ ਇਕੱਠਾ ਹੋ ਕੇ ਨਾ ਮੇਰਾ ਬੇੜਾ ਵਹਾਉਣ ਦੀ ਗੱਲ ਕਰਨ, ਬੇੜਾ ਨਹੀਂ ਬਹਿੰਦਾ। ਆਪਾਂ ਵੀ ਕਹਿੰਦੇ ਤੇਰਾ ਬੇੜਾ ਬਹਿ ਜੇ। 100 ਕਾਜੀ ਇਕੱਠਾ ਹੋ ਜੇ, 100 ਪੁਜਾਰੀ ਇਕੱਠਾ ਹੋ ਜੇ, 100 ਗ੍ਰੰਥੀ ਰਾਗੀ ਢਾਡੀ ਇਕੱਠਾ ਹੋ ਜੇ, ਚਲੋ ਆਪਾਂ ਆਪਣੇ ਦੀ ਵੀ ਗੱਲ ਨਾਲ ਕਰ ਲਈਏ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਆਪਣੀ ਉਹ ਤੂਤੀ ਵਜਾ ਰਿਹਾ, ਲੋਕਾਂ ਨੂੰ ਭੋਲੇ ਭਾਲੇ ਨੂੰ ਲੁੱਟ ਰਿਹਾ ਹੈਗਾ, ਠੱਗ ਰਿਹਾ ਹੈਗਾ। ਬਾਂਗਾ ਵਾਂਗ ਦੇਣੀ, ਨਵਾਜ ਅਲਾ ਬੋਲਣੀ ਹੈ ਨਾ, ਬੁਰਗਾਂ ਤੂਤੀ, ਸਿੰਘੀਆਂ ਆਪਣੇ ਵੱਲੋਂ ਜੋ ਸਾਜ਼ ਵਜਾਉਂਦਾ ਗਾ, ਭਾਵੇਂ ਉਹ ਜੋਗੀ ਆ, ਭਾਵੇਂ ਉਹ ਮਰਾਸੀ ਆ, ਭਾਵੇਂ ਉਹ ਪੁਜਾਰੀ ਆ, ਕੋਈ ਵੀ ਆ, ਇੱਕੇ ਪੰਕਤੀ ਚ ਸਾਰਿਆਂ ਦਾ ਨਾਂ ਲੈ ਦਿੱਤਾ। ਇੱਕ ਦਾਤੇ, ਇੱਕ ਮੰਗਤੇ। ਇੱਕ ਦਾਤੇ, ਕਈ ਇੱਥੇ ਦਾਤੇ ਬਣ ਬਹਿ ਗਏ, ਤੇ ਇੱਕ ਕਈ ਮੰਗਤੇ ਬਣ ਬਹਿ ਗਏ। ਇੱਥੇ ਕੱਕੇ ਨੂੰ ਹੁਸ਼ਿਆਰੀ ਆ, ਕਈ ਦਾਤੇ ਕਈ ਮੰਗਤੇ ਬਣ ਕੇ ਬਹਿ ਗਏ, ਇੱਕ ਦੂਜੇ ਤੋਂ ਮੰਗ ਰਹੇ ਨੇ। ਕਿਸੇ ਦੀ ਲੋੜ ਪੂਰੀ ਕਰਨੀ, ਉਹ ਆਪਾਂ ਨੂੰ ਪਤਾ ਵੀ ਬਹੁਤ ਵੱਡਾ ਧਰਮ ਆ, ਸੱਚਾਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਗੁਰੂ ਨਾਨਕ ਦਾ ਮਿਸ਼ਨ ਆ। ਤੇ ਪਾਤਸ਼ਾਹ ਜੀ ਕਹਿੰਦੇ ਪਰ ਇੱਥੇ ਸਮਾਜ ਦੇ ਵਿੱਚ ਲੁੱਟ ਕੀਤੀ ਜਾਂਦੀ ਆ। ਜਿਵੇਂ ਪਿੱਛੇ ਜੇ ਆਪਾਂ ਨੂੰ ਪਤਾ ਇੱਕ ਨੋਟ ਵਧਾ ਕੇ ਦਿੰਦਾ ਸੀ ਤੇ ਲੋਕਾਂ ਦਾ ਕੀ ਆ, ਲੋਕ ਬਹੁਤ ਜਾਣ ਲੱਗ ਗਏ। ਜਿਹਦੇ ਕੋਲ ਹੁਣ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਉਹ ਭੱਜ ਗਿਆ। ਆਪਦੇ ਕੋਲੋਂ 20-50 ਲੱਖ ਰੁਪਏ ਉਹਨੇ ਲਾਤਾ ਹੋਊ ਪਹਿਲਾਂ, ਵੀ 5 ਲਿਆਓ, 10 ਲੈ ਜਾਓ, 10 ਲਿਆਓ, 20 ਲੈ ਜਾਓ, 20 ਲਿਆਓ, 40 ਲੈ ਜਾਓ। ਤੇ ਸਾਡੇ ਲੋਕ ਤਾਂ ਇਹ ਭਾਲਦੇ ਨੇ। ਸਾਡਾ ਸੁਭਾਅ 250-250 ਰੁਪਏ ਇਸ ਤਾਂ ਲੈਣਾ ਚ ਲੱਗ ਜਾਂਦੇ ਆ, 100-100 ਰੁਪਏ ਪਿੱਛੇ, ਆਟੇ ਦੀ ਥੈਲੀ ਪਿੱਛੇ ਲੈਣ ਚ ਖੜ ਜਾਂਦੇ ਆ। ਸਾਡਾ ਸੁਭਾਅ ਹੈ। ਮਾਫ ਕਰਨਾ, ਆਪਣੇ ਆਪ ਨੂੰ ਤ੍ਰਿਪਤ ਕਰੋ, ਗੁਰੂ ਤੇ ਭਰੋਸਾ ਰੱਖੋ, ਦੱਬ ਕੇ ਬਾਹੋ ਤੇ ਰੱਜ ਕੇ ਖਾਓ। ਮਿਹਨਤ ਕਰਨੀ ਕੋਈ ਗੁਨਾਹ ਨਹੀਂ, ਦਿਨ ਰਾਤ ਨਾ ਭਾਵੇਂ ਟਿਕੋ। ਤੁਹਾਡਾ ਆਪਣਾ ਸਰੀਰ ਆ, ਆਪਣੀ ਮਿਹਨਤ ਆ, ਪਰ ਹੋਵੇ ਹੱਕ ਦੀ। ਕੋਈ ਕੁਛ ਮਰਜ਼ੀ ਕਹੀ ਜਾਵੇ ਵੀ ਇਹ ਟਿਕਦਾ ਨਹੀਂ ਹੈ, ਨਹੀਂ ਟਿਕਦਾ। ਬੰਦੇ ਦਾ ਆਪਣਾ ਸਰੀਰ ਆ, ਟਿਕੇ ਉਹ ਨਾ ਟਿਕੇ, ਉਹਦੀ ਆਪਣੀ ਮਰਜ਼ੀ ਆ। ਗੁਰੂ ਨਾਨਕ ਨੇ ਸਰੀਰ ਦਿੱਤਾ, ਰੱਬ ਨੇ ਸਰੀਰ ਦਿੱਤਾ, ਇਹ ਤੋਂ ਕੰਮ ਲਓ ਜਿੰਨਾ ਮਰਜ਼ੀ, ਪਰ ਇਹਦੇ ਵਿੱਚ 2 ਨੰਬਰ ਦਾ ਧੰਦਾ ਨਾ ਹੋਵੇ ਬਸ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਫਿਰ ਇੱਕ ਦਾਤੇ ਇੱਕ ਮੰਗਤੇ, ਨਾਮ ਤੇਰਾ ਪ੍ਰਵਾਨ। ਪਰ ਸਤਿਗੁਰੂ ਪਾਤਸ਼ਾਹ ਜੀਓ, ਦੁਨੀਆ ਦੇ ਵਿੱਚ ਦਾਤੇ ਬਣ ਕੇ ਦੇਣ ਵਾਲੇ ਬਹੁਤ ਬੈਠੇ ਨੇ ਤੇ ਦੁਨੀਆ ਦੇ ਵਿੱਚ ਮੰਗਤੇ ਬਹੁਤ ਬੈਠੇ ਨੇਗੇ। ਪਰ ਮੈਂ ਤੇਰਾ ਨਿਮਾਣਾ ਦਾਸ, ਨਾ ਮੈਂ ਉਹਨਾਂ ਮੰਗਤਿਆਂ ਦੀ ਲੈਣ ਚ ਲੱਗਾ, ਨਾ ਮੈਂ ਦਾਤਿਆਂ ਦੀ ਲੈਣ ਚ ਲੱਗਾ। ਮੈਂ ਤਾਂ ਸਿਰਫ ਤੇਰੇ ਦਰ ਤੋਂ ਇੱਕ ਨਾਮ ਦੀ ਦਾਤ ਮੰਗਦਾ, ਗਿਆਨ ਦੀ ਦਾਤ ਮੰਗਦਾ। ਮੈਨੂੰ ਕੂੜੇ
ਲੋਕਾਂ ਦੇ ਸੁਭਾਅ 'ਚ ਨਾ ਤੋਰੀ। ਮੈਨੂੰ ਤਾਂ ਨਾਮ ਦੀ ਦਾਤ ਦੇ ਦੇ, ਮੈਨੂੰ ਸੋਹਣਾ ਜੀਵਨ ਦੇ ਦੇ, ਇਹੀ ਮੈਂ ਤੇਰੇ ਦਰ ਤੋਂ ਖੈਰ ਮੰਗਦਾ ਹਾਂ। ਨਾਨਕ ਜਿਨੀ ਸੁਣ ਕੇ ਮੰਨਿਆ। ਗੱਲ ਕਿੱਥੇ ਪਹੁੰਚ ਗਈ? ਮੰਨੇ ਤੇ ਚੱਕਰ ਪਾ ਲਓ ਆਪਾਂ। ਨਾਨਕ ਜਿਨ੍ਹਾਂ ਨੇ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਨਾ, ਹਉ ਤਿੰਨਾ ਬਿਟਹੁ ਕੁਰਬਾਨ। ਹੁਣ ਇਹ ਲਫ਼ਜ਼ ਨੂੰ, ਆਹ ਪੰਗਤੀ ਨੂੰ ਨਾ ਪਿਛਲੀਆਂ ਨਾਲ ਜੋੜ ਲਓ। ਜਿਵੇਂ ਇੱਕ ਗਾਣੇ ਵਿੱਚ ਜਾਂ ਮਤਲਬ ਕਵਿਤਾ ਦੇ ਵਿੱਚ ਸਥਾਈ ਬਣ ਜਾਂਦੀ ਹੈ, ਬਾਰ-ਬਾਰ ਉਹ ਪੰਗਤੀ ਬੋਲੀ ਜਾਂਦੀ ਆ। ਇਹ ਪੰਗਤੀ ਨੂੰ ਬਾਰ-ਬਾਰ ਲਿਆਉਣਾ ਆਪਾਂ ਸ਼ਬਦ ਵਿੱਚ। ਕਿਵੇਂ ਲਿਆਉਣਾਗਾ? ਵੀ ਪਹਿਲੀ ਗੱਲ ਕੀ ਨੇ ਕਹੀ, ਗੁਰੂ ਸਾਹਿਬ ਨੇ ਕਿਹੜੀ ਕਹੀ ਆ? ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ। ਇੱਧਰ ਨਹੀਂ ਜਾਣਾ ਮੈਂ, ਇੱਧਰ ਨਹੀਂ ਜਾਣਾ ਮੈਂ, ਨਾ ਇਹਨਾਂ ਕੋਲੇ ਨਹੀਂ ਜਾਣਾ ਮੈਂ। ਹਾਂ, ਉਹ ਮੇਰੇ ਕੋਲੇ ਆ ਜਾਣ, ਜੀ ਆਇਆਂ ਨੂੰ, ਮੈਂ ਹੀ ਨਹੀਂ ਉਹਨਾਂ ਕੋਲੇ ਜਾਣਾ। ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ, ਦੀਵਾਨ, ਮੈਂ ਕਿੱਥੇ ਜਾਣਾ? ਮੈਂ ਇੱਥੇ ਜਾਣਾ। ਨਾਨਕ ਜਿਨੀ ਸੁਣ ਕੇ ਮੰਨਿਆ। ਜਿਹੜੇ ਤੇਰੀ ਗੱਲ ਸੁਣ ਕੇ ਮੰਨਣ ਦੇ ਧਾਰਨੀ ਆ ਨਾ, ਆਦੀ ਨੇ, ਮੈਂ ਉਹਨਾਂ ਕੋਲੇ ਜਾਣਾ। ਫਿਰ ਉੱਥੇ ਕੀ ਕਿਹਾ? ਉੱਥੇ ਗੁਰੂ ਸਾਹਿਬ ਨੇ ਕਿਹਾ, ਹਉ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ। ਬਿਟਹੁ ਕੁਰਬਾਨ। ਇਹ ਕਿਹਨੂੰ ਗੱਲ ਕਹੀ ਆ? ਉਹਨਾਂ ਨੂੰ ਗੱਲ ਕਹੀ ਜਿਹੜੇ ਨਾਨਕ ਦੀ ਗੱਲ ਨੂੰ ਸੁਣ ਕੇ ਮੰਨਦੇ ਨੇ। ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਪਰ ਚੋਰਾਂ, ਜਾਰਾਂ, ਰੰਡੀਆਂ ਤੋਂ ਕੁਰਬਾਨ ਨਹੀਂ ਜਾਂਦਾ ਮੈਂ। ਫਿਰ ਅੱਗੇ ਪਾਸ਼ਾ ਜ਼ਿਕਰ ਕਰਦੇ ਨੇ, ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ। ਮਾਇਆ ਦਾ ਮੋਹ ਸਭ ਕੂੜ ਹੈ। ਕਿਹੜੀ ਮਾਇਆ ਦਾ? ਵਿਸ਼ੇ ਵਿਕਾਰਾਂ ਦਾ ਕੂੜ ਮੋਹ ਦੇ ਵਿੱਚ ਆਪਾਂ ਨਾ ਫਸੀਏ। ਹਉਮੈ ਝਗੜਾ ਪਾਇਨ, ਝਗੜਾ ਜਗ ਮੂਆ। ਹਉਮੈ ਦੇ ਵਿੱਚ ਬੰਦਾ ਫਸਿਆ ਹੋਇਆ, ਨਿਤ ਝਗੜਿਆਂ ਵਿੱਚ ਫਸਿਆ ਰਹਿੰਦਾ। ਦੁਨਿਆਵੀ ਝਗੜਿਆਂ 'ਚ ਨਹੀਂ, ਦੁਨਿਆਵੀ ਲੜਾਈਆਂ ਤਾਂ ਬਹੁਤ ਘਟ ਗਈਆਂ। ਸਾਡੇ ਦਿਮਾਗ ਦੇ ਵਿੱਚ ਇੱਕ ਲੜਾਈ ਚੱਲਦੀ ਰਹਿੰਦੀ ਹੈ, ਰਾਤ ਨੂੰ ਵੀ, ਦਿਨੇ ਵੀ, 24 ਘੰਟੇ ਉਹ ਲੜਾਈ ਚੱਲਦੀ ਆ। ਤੇ ਉਹ ਲੜਾਈ ਤੋਂ ਮੁਕਤ ਆਪਾਂ ਗੁਰੂ ਨਾਲ ਜੁੜ ਕੇ ਹੋਣਾਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮੁਖ ਝਗੜ ਚੁਕਾਇਓਨ। ਖਤਮ ਕਰਤਾ ਉਹਨਾਂ ਨੇ, ਝਗੜਾ ਹੀ ਖਤਮ। ਬਾਬਾ ਕਬੀਰ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਨਾ, ਪਾਤਸ਼ਾਹ ਜੀ ਕੀ ਜ਼ਿਕਰ ਕਰਦੇ ਨੇ, ਕਹਿੰਦੇ ਹਮਰਾ ਝਗੜਾ ਰਹਾ ਨਾ ਕੋਊ। ਪੁੱਠਾ ਹੱਥ ਮਾਰਿਆ ਬਾਬਾ ਕਬੀਰ ਸਾਹਿਬ ਨੇ। ਹਮਰਾ, ਮੇਰਾ, ਝਗੜਾ ਰਹਾ ਨਾ ਕੋ। ਅੱਗੇ ਕੀ ਕਿਹਾਗਾ? ਕਾਜੀ ਮੁੱਲਾ ਛਾਡੇ ਦੋ। ਦੋਨਾਂ ਦਾ ਹੀ ਫਾਹਾ ਵੱਢਤਾ ਮੈਂ ਤਾਂ ਦੋਨਾਂ ਦਾ ਫਾਹਾ ਵੱਢਤਾ। ਦੋਨਾਂ ਦਾ ਫਾਹਾ ਵੱਢ ਕੇ ਮੈਂ ਤਾਂ ਸੰਤੁਸ਼ਟ ਹੋ ਗਿਆ। ਮੇਰੇ ਦਿਮਾਗ ਦਾ ਲੜਾਈ ਕੋਈ ਨਹੀਂ ਹੈ, ਮੈਂ ਤਾਂ ਲੜਾਈ ਤੋਂ ਮੁਕਤ ਹੋ ਗਿਆ। ਤੇ ਆਪਾਂ ਵੀ ਕਹਿਣਾਗਾ, ਹਮਰਾ ਝਗੜਾ ਰਹਾ ਨਾ ਕੋ। ਮੜੀਆਂ, ਮਸਾਣਾ, ਕਬਰਾਂ, ਦੇਹ ਧਾਰੀ ਬਾਬੇ ਛਾਡੇ ਸਭ, ਸਾਰੇ ਛੱਡਤੇ ਮੈਂ ਤਾਂ। ਝਗੜਾ ਹੀ ਕੋਈ ਨਹੀਂ ਰਿਹਾ। ਬਸ ਇੱਕ ਤੂੰ ਆ, ਇੱਕ ਗੁਰੂ ਆ, ਜਿਹਦੇ ਨਾਲ ਮਿਲ ਕੇ ਸਾਡੇ ਦਿਮਾਗ ਦੀ ਲੜਾਈ ਖਤਮ ਹੋ ਜਾਂਦੀ ਆ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਸਭ ਆਤਮ ਰਾਮ ਪਛਾਣਿਆ। ਆਤਮਾ ਦੇ ਵਿੱਚ ਵਾਹਿਗੁਰੂ ਰਾਮ ਨੂੰ ਪਛਾਣੀਏ। ਭਉਜਲ ਤਰ ਗਿਆ ਜੋਤ ਸਮਾਣੀ, ਜੋਤ ਵਿੱਚ ਹਰ ਨਾਮ ਸਮਾਇਆ। ਆਪਣੀ ਜੋਤ ਗੁਰੂ ਦੀ ਜੋਤ ਨਾਲ ਮਿਲਾ ਲਈਏ, ਇੱਕ ਮਿਕ ਹੋ ਜਾਈਏ। ਇੱਕ ਮਿਕਤਾ ਦੇ ਵਿੱਚ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸਭ ਤੋਂ ਵੱਡੀ ਸਾਡੀ ਦੁਨੀਆ ਦੀ ਜਿੱਤ ਇੱਕ ਮਿਕਤਾ ਦੇ ਵਿੱਚ ਆ। ਸਭ ਤੋਂ ਵੱਡੀ ਪ੍ਰਾਪਤੀ ਏਕੇ ਦੇ ਵਿੱਚ ਆ। ਉਹ ਆਪਾਂ ਨੂੰ ਪਤਾ, ਦੁਨਿਆਵੀ ਤੌਰ ਤੇ ਵੀ ਆਪਾਂ ਵੇਖ ਰਹੇ ਹਾਂ, ਤੇ ਗੁਰੂ ਨੇ ਇੱਥੇ ਕਹਿ ਦਿੱਤਾ। ਪਰ ਗੁਰੂ ਨੇ ਪਿੱਛੇ ਲਫ਼ਜ਼ ਵਰਤਿਆ ਵੀ ਉਹਨਾਂ ਨੂੰ ਮਿਲਣਾ ਨਹੀਂ। ਕਿਹਨਾਂ ਨੂੰ? ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ। ਉਹਨਾਂ ਤੋਂ ਦੂਰੀ ਜ਼ਰੂਰ ਬਣਾਉਣੀ ਆ। ਉਹ ਸਾਡੇ ਕੋਲੇ ਆ ਜਾਣ, ਜੀ ਆਇਆਂ ਨੂੰ, ਪਰ ਅਸੀਂ ਉਹਨਾਂ ਕੋਲੇ ਨਹੀਂ ਜਾਣਾਗਾ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।